स्वागत। देश विदेशों में बैठे सारे ही दर्शकों का स्वागत करते हैं तुहाडे अपने पसंदीदा प्रोग्राम गल्लां ते गीत विच। मैं हाँ नीतू। कहंदे ने कला कदे भी किसी दी मोहताज नहीं हुंदी ते एक कलाकार कई बार माँ दे ढिड्डों ही पैदा होंदा है क्योंकि वो जन्मजात कलाकार हुंदा ते कुछ लोकां नूं हालात जिहड़े ने वो कलाकार बना दिंदे ने ते कई बार एक कला नूं छड्ड के लोग दूजी कला वाल भी प्रेरित हो जाते हैं। यही कह सकते हैं कि कला साढ़े जीवन के नाल हमेशा चलती रहती है। साढ़े जम्मण तो लैके मरण तक असी उस कला दे नाल विਉਂतबंदी करते हैं, उस कला दे नाल जिउंदे हाँ ते उस कला दे विच ही मर जाते हैं। सो कुछ इहो जिहियां कलावां भी हुंदियां ने जिहड़ियां विशेष तौर दे उत्ते रिश्तियां नूं संभालना भी एक कला कह सकते हैं। सो अज कला ते ਸਾਹਿਤ ਦਾ ਸਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਗਹਿਰਾ ਸੰਬੰਧ ਹੈ, ਇਸ ਬਾਬਤ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਜਿਹੜੀ ਹਸਤੀ ਹੈ ਉਹ ਪੋਲੀਟੀਕਲ ਸਾਇੰਸ ਭਾਵੇਂ ਪੜ੍ਹਾਉਂਦੇ ਨੇ ਪਰ ਉਹਦੇ ਨਾਲ ਨਾਲ ਮੈਂ ਸਹੀ ਦੱਸਾਂ ਤੇ ਬਹੁਤ ਸਾਰੀਆਂ ਅਖਬਾਰਾਂ ਦੇ ਵਿੱਚ ਅਲੱਗ-ਅਲੱਗ ਆਰਟੀਕਲ ਵੀ ਛਪੇ ਨੇ, 2 ਬੱਚਿਆਂ ਦੀਆਂ ਕਿਤਾਬਾਂ ਵੀ ਆ ਚੁੱਕੀਆਂ ਨੇ ਤੇ ਇਸ ਤੋਂ ਇਲਾਵਾ ਸਾਹਿਤ ਦੇ ਨਾਲ ਜੁੜੀਆਂ ਹੋਈਆਂ 2 ਕਿਤਾਬਾਂ ਜਿਹੜੀਆਂ ਨੇ ਉਹ ਸਾਨੂੰ ਦੇ ਚੁੱਕੇ ਨੇ। ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਵਿਸ਼ੇਸ਼ ਤੌਰ ਤੇ ਰਾਮ ਸਵਰਨ ਲੱਖੇਵਾਲੀ जी पहुंचे हुए ने जी। बहुत बहुत स्वागत करती हैं सर तुहाडा पहला स्टूडियो दे विच। बहुत बहुत स्वागत अज इत्थे पहुंचण दे वास्ते। नीतू जी तुहाडा ते इस अदारे दा धन्नवाद ते जिन्ने भी दर्शक सुन ते वेख रहे आ उन्हां सारिਆਂ ਲਈ बहुत सारा स्नेह ते सत्कार। सर गल असीं अज करांगे कला दी। की है कला? असीं किवें जे उहनूं परिभाषित करना होवे तां कला नूं असीं किवें परिभाषित कर सकदे हां? नीतू जी कला मनुख दे ਜਿਉਂਦੇ ਰਹਿਣ ਦਾ ਨਾਂ ਹੈ जी। ਕਲਾ ਜ਼ਿੰਦਗੀ ਦਾ ਮਾਣ ਹੈ, ਜੀਵਨ ਦੀ ਪ੍ਰੇਰਨਾ ਹੈ जी। ਕਲਾ ਜੀਵਨ ਦਾ ਰੌਸ਼ਨ ਰਾਹ ਹੈ। ਕਲਾ ਮਨੁੱਖ ਨੂੰ ਹਮੇਸ਼ਾ ਤੁਰਦੇ ਰਹਿਣ ਦਾ ਬਲ ਦਿੰਦੀ ਹੈ जी। ਕਲਾ ਮਨੁੱਖ ਦੇ ਸੋਝ ਅਤੇ ਵਿਵੇਕ ਬੁੱਧੀ ਦਾ ਸੁਮੇਲ ਹੈ जी। ਕਲਾਵਾਂ ਦੇ ਨਾਲ ਮਨੁੱਖ ਨੇ ਮੁੱਢ ਕਦੀਮ ਤੋਂ ਲੈ ਕੇ ਅੱਜ ਤੱਕ ਜਿਹੜਾ ਵੀ ਸੰਸਾਰ ਸਿਰਜਿਆ ਇਹ ਉਹਦੀ ਮਿਹਨਤ ਦਾ ਤੇ ਕਲਾ ਦਾ ਸਿੱਟਾ। ਕਲਾ ਹਮੇਸ਼ਾ ਮਨੁੱਖ ਦਾ ਮਾਣ ਬਣਦੀ ਆ, ਇਹ ਮਾਣਮੱਤੀ ਹੁੰਦੀ ਹੈ ਜੀ ਤੇ ਕਲਾ ਨਾਲ ਅਸੀਂ ਜ਼ਿੰਦਗੀ ਨੂੰ ਖੂਬਸੂਰਤ ਬਣਾ ਸਕਦੇ ਹਾਂ ਜੀ। ਕਲਾ ਜ਼ਿੰਦਗੀ ਦਾ ਸੁਹਜ ਹੈ ਜੀ। ਜਦੋਂ ਅਸੀਂ ਗੱਲ ਕਰਦੇ ਹਾਂ ਸਾਹਿਤ ਦੇ, ਸਾਹਿਤ ਦੀਆਂ ਅਲੱਗ-ਅਲੱਗ ਵੰਨਗੀਆਂ ਨੇ ਤੇ ਕੀ ਕਲਾ ਦੀਆਂ ਵੀ ਵੱਖ-ਵੱਖ ਵੰਨਗੀਆਂ ਨੇ? ਹਾਂਜੀ ਨੀਤੂ ਜੀ ਕਲਾ ਦੇ ਅਨੇਕਾਂ ਹੀ ਰੂਪ ਆ ਜੀ। ਸਾਹਿਤ ਵੀ ਕਲਾ ਦਾ ਹੀ ਰੂਪ ਆ ਜੀ। ਜਿਵੇਂ ਹਸਤ ਕਲਾ, ਜਿਉਣ ਕਲਾ, ਜੀ, ਗਾਉਣ ਕਲਾ, ਖੇਡ ਕਲਾ, ਜੀ, ਇਹ ਸਾਰੀਆਂ ਕਲਾਵਾਂ ਨਾਲ ਮਨੁੱਖ ਉਹ ਦੁਨੀਆ ਨੂੰ ਪ੍ਰਭਾਵਿਤ ਕਰਦਾ ਜੀ, ਆਪਣੇ ਮਾਣ 'ਚ ਵਾਧਾ ਕਰਦਾ ਤੇ ਨਵੀਆਂ ਪੈੜਾਂ ਪਾ ਕੇ ਜ਼ਿੰਦਗੀ ਦੀ ਤੇ ਸਮਾਜ ਦੀ ਖੂਬਸੂਰਤੀ ਵਿੱਚ ਵਾਧਾ ਕਰਦਾ। ਜੀ ਗੱਲ ਕੀਤੀ ਤੁਸੀਂ ਹਸਤ ਕਲਾ ਦੀ। ਹਸਤ ਕਲਾ ਦੇ ਵਿੱਚ ਅਸੀਂ ਕਿਹੜੀ ਚੀਜ਼ ਲੈ ਕੇ ਆਵਾਂਗੇ? ਪੇਂਟਿੰਗ ਔਰ ਜਿਹੜੇ ਪੋਰਟਰੇਟ ਵਗੈਰਾ ਨੇ ਉਹ ਵੀ ਇਹਦੇ ਵਿੱਚ ਹੀ ਆਣਗੇ? ਹਾਂਜੀ, ਹਸਤ ਕਲਾ ਜਿਹੜੀ ਹੱਥ ਨਾਲ ਜਿਵੇਂ ਆਪਾਂ ਚਿੱਤਰਕਲਾ ਕਰਦੇ ਆਂ ਜੀ, ਜਿਹੜਾ ਤੁਸੀਂ ਕਿਹਾ ਵੀ ਹੱਥ ਨਾਲ ਜਿੰਨੀਆਂ ਵੀ ਕਲਾਵਾਂ ਸੰਬੰਧਿਤ ਆ ਜੀ, ਇਹਦੇ ਵਿੱਚ ਸਾਡੀਆਂ ਮਾਵਾਂ ਦੀ, ਸਾਡੀਆਂ ਔਰਤਾਂ ਦੀ ਜਿਹੜਾ ਉਹ ਕੰਮ ਕਰਦੀਆਂ ਜੀ, ਘਰੇਲੂ ਕੰਮ ਕਰਦੀਆਂ, ਇਹ ਉਹਨਾਂ ਦੀ ਕਲਾ ਵੀ ਹੈ ਜੀ, ਜਿਹੜੀ ਸਾਡੇ ਜੀਵਨ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਮੁੱਢ ਕਰੀਮ ਤੋਂ ਕਿ ਬੱਚੇ ਨੂੰ ਜਦੋਂ ਮਾਂ ਨੂੰ ਵੇਖਦਾ, ਮਾਂ ਜਿਹੜੀ ਕਿਰਤ ਕਰਦੀ ਹੈ ਜੀ ਤੇ ਹੱਥ ਦੀਆਂ ਕਲਾਵਾਂ ਨਾਲ ਬੱਚੇ ਨੂੰ ਤੁਰਨਾ, ਬੱਚੇ ਨੂੰ ਆਪਣੀ ਸ਼ੁਰੂ ਜਿਹੜਾ ਬੱਚੇ ਨੂੰ ਬੋਲਣਾ ਸਿਖਾਉਂਦੀ ਹੈ ਜੀ। ਇਹ ਕਲਾ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਰੋਲ ਆ ਜੀ। ਜੇਕਰ ਸਾਡੀ ਮਾਂ ਬੱਚੇ ਨੂੰ ਸਹੀ ਸਿੱਖਿਆ ਦਿੰਦੀ ਆ ਜੀ ਤਾਂ ਬੱਚਾ ਜਿਹੜੀ ਆਪਣੀ ਜ਼ਿੰਦਗੀ ਵਿੱਚ ਸਫਲ ਹੁੰਦਾ ਹੀ ਆ ਤਾਂ ਉਹ ਸਮਾਜ ਲਈ ਵੀ ਰਾਹ ਦਰਸਾਵਾ ਬਣ ਸਕਦਾ। ਇਸ ਲਈ ਇਹ ਜਿੰਨੀਆਂ ਵੀ ਕਲਾਵਾਂ ਆਪਾਂ ਗਿਣੀਆਂ ਇਹ ਸਾਰੀਆਂ ਕਲਾਵਾਂ ਦਾ ਸਮਾਜ ਵਿੱਚ ਤੇ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਰੋਲ ਆ ਜੀ। ਜੇ ਅਸੀਂ ਸੰਗੀਤ ਦੀ ਗੱਲ ਕਰਦੇ ਹਾਂ ਕਿਉਂਕਿ ਅਸੀਂ ਵੇਖਦੇ ਹਾਂ ਸਾਡੇ ਆਲੇ ਦੁਆਲੇ ਵੈਸੇ ਕਹਿੰਦੇ ਨੇ ਕਿ ਸੰਗੀਤ ਕੁਦਰਤ ਦੀ ਦੇਣ ਹੈ ਔਰ ਸਾਡੇ ਹਰੇਕ ਚੀਜ਼ ਦੇ ਵਿੱਚ ਸੰਗੀਤ ਲੁਕਿਆ। ਭਾਵੇਂ ਅਸੀਂ ਆਪਣੇ ਕੁਦਰਤ ਦੀ ਵੀ ਗੱਲ ਕਰ ਲਈਏ, ਇੱਕ ਪਾਣੀ ਦਾ ਚੱਲਣਾ ਵੀ ਕੁਦਰਤ ਹੈ ਔਰ ਸੰਗੀਤ ਹੈ। ਜੇ ਅਸੀਂ ਪੱਤਿਆਂ ਦੇ ਵਿੱਚ ਛਰਛਰਾਹਟ ਹੁੰਦੀ ਹੈ ਉਹ ਹਿੱਲਦੇ ਨੇ, ਉਹ ਵੀ ਇੱਕ ਸੰਗੀਤ ਹੈ। ਅਸੀਂ ਜੋ ਗਾਉਂਦੇ ਹਾਂ ਉਹ ਵੀ ਸੰਗੀਤ ਹੈ। ਸੰਗੀਤ ਦੇ ਵਿੱਚ ਅਸੀਂ ਕਿਵੇਂ ਲੈ ਸਕਦੇ ਹਾਂ ਕਿ ਕਲਾ ਜਿਹੜੀ ਹੈ ਸੰਗੀਤ ਦੇ ਨਾਲ ਕਿਵੇਂ ਜੁੜੀ ਹੋਈ ਹੈ? ਦੇਖੋ ਨੀਤੂ ਜੀ, ਜਿਹੜਾ ਸੰਗੀਤ ਆ ਜੀ ਉਹ ਕਲਾ ਦਾ ਇੱਕ ਰੂਪ ਆ ਜੀ ਤੇ ਜਦੋਂ ਕੋਈ ਕਲਾਕਾਰ ਹੁੰਦਾ ਉਹ ਦੂਸਰਿਆਂ ਦੇ ਮਨਾਂ ਨੂੰ ਟੁੰਬਦਾ ਆਪਣੀ ਕਲਾ ਦੇ ਨਾਲ ਜੀ। ਹੁਣ ਜਿਵੇਂ ਕੁਦਰਤ ਆ
ਉਹਦੇ ਵਿੱਚ ਪਾਣੀ ਦਾ ਚੱਲਣਾ, ਮੀਂਹ ਦਾ ਪੈਣਾ, ਜੀ ਜਿਹੜੀ ਪਾਣੀ ਦੀ ਛਲਛਲ ਆ, ਪਾਣੀ ਦੀ ਆਵਾਜ਼ ਆ, ਪੰਛੀਆਂ ਦੀ ਆਵਾਜ਼ ਆ, ਜੀ ਇਹ ਸੰਗੀਤ ਦਾ ਹੀ ਇੱਕ ਰੂਪ ਆ ਜੀ। ਤੇ ਜਿਹੜਾ ਮਨੁੱਖ ਨੇ ਸੰਗੀਤ ਦੇ ਨਿਯਮ ਬਣਾ ਕੇ, ਸਾਡੇ ਕਲਾਕਾਰ, ਦੇਸ਼ ਦੁਨੀਆ ਦੇ ਕਲਾਕਾਰਾਂ ਨੇ ਉਹ ਸੰਗੀਤ ਦੇ ਨਿਯਮ ਬਣਾ ਕੇ ਆਪਣੀ ਕਲਾ ਦੇ ਨਾਲ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਦੇਸ਼ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਤੇ ਨਾਲ ਹੀ ਉਹ ਕਲਾ ਦਾ ਲੋਹਾ ਮਨਵਾਇਆ। ਕਿਉਂਕਿ ਜਿਹੜੇ ਸਾਡੇ ਗਾਉਣ ਵਾਲੇ ਕਲਾਕਾਰ ਆ ਉਹ ਕੋਈ ਇੱਕ ਦੇਸ਼ ਜਾਂ ਇੱਕ ਰਾਜ ਦੇ ਜਾਂ ਇੱਕ ਪਰਿਵਾਰ ਦੇ ਨਹੀਂ ਹੁੰਦੇ। ਜਦੋਂ ਕਲਾਕਾਰ ਵੱਡਾ ਹੋ ਜੇ ਉਹ ਸਾਰੀ ਦੁਨੀਆ ਦਾ ਸਾਂਝਾ ਹੁੰਦਾ ਤੇ ਜਿਹੜੀ ਕਲਾ ਦਾ ਉਦੇਸ਼ ਹੁੰਦਾ ਜਾਂ ਕਲਾ ਜਿਹੜੀ ਆ ਉਹ ਸਮਾਜ ਨੂੰ ਸੁਨੇਹਾ ਦੇਣ ਲਈ, ਪ੍ਰੇਰਨਾ ਦੇਣ ਲਈ, ਚੰਗੀ ਜ਼ਿੰਦਗੀ ਲਈ, ਸੁਪਨਿਆਂ ਦੀ ਪਰਵਾਜ਼ ਲਈ ਹੁੰਦੀ ਹੈ। ਅੱਛਾ, ਜਦੋਂ ਅਸੀਂ ਖੇਡ ਕਲਾ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਇਹੋ ਜਿਹੇ ਖਿਡਾਰੀ ਨੇ ਜਿਹੜੇ ਸਾਡੇ ਇਸ ਸਮਾਜ ਨੂੰ ਦੇਣ ਦੇ ਚੁੱਕੇ ਨੇ ਔਰ ਬਹੁਤ ਸਾਰੇ ਇਹੋ ਜਿਹੇ ਖਿਡਾਰੀ ਦੇ ਵੀ ਰਹੇ ਨੇ। ਜਦੋਂ ਅਸੀਂ ਖੇਡ ਜਗਤ ਦੀ ਗੱਲ ਕਰਦੇ ਹਾਂ, ਖੇਡ ਕਲਾ ਦੀ ਗੱਲ ਕਰਦੇ ਹਾਂ, ਉਸ ਵੇਲੇ ਜਿਹੜੇ ਨਾਮ ਨੇ ਬਹੁਤ ਸਾਰੇ ਆਉਂਦੇ ਨੇ। ਖੇਡ ਕਲਾ ਨੂੰ ਤੁਸੀਂ ਕਿਵੇਂ ਪ੍ਰਭਾਵਿਤ ਕਰੋਗੇ? ਦੇਖੋ ਨੀਤੂ ਜੀ, ਖੇਡਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਆ ਜੀ। ਜਿਹੜੀ ਖੇਡਾਂ ਦੀ ਕਲਾ ਉਹ ਦੇਸ਼ ਦੁਨੀਆ ਨੂੰ ਇੱਕ ਕਰਦੀ ਹੈ ਜੀ। ਜਦੋਂ ਪਹਿਲਾਂ ਰਾਜਾਂ ਦੇ ਖਿਡਾਰੀ ਮਿਲਦੇ ਆ, ਉਸ ਤੋਂ ਬਾਅਦ ਦੇਸ਼ ਦੁਨੀਆ ਦੇ ਖਿਡਾਰੀ ਮਿਲਦੇ ਆ ਜੀ। ਉਹਦੇ ਨਾਲ ਕੀ ਆ ਕਿ ਆਪਸੀ ਮਿਲਵਰਤਨ ਵੱਧਦਾ ਜੀ। ਤੇ ਜਿਹੜੇ ਖਿਡਾਰੀਆਂ ਕੋਲੇ ਕਲਾ ਹੁੰਦੀ ਆ, ਚੰਗੀ ਕਲਾ ਹੁੰਦੀ ਆ, ਉਹ ਜਿੱਤਦੇ ਆ ਤੇ ਜਿਹੜੇ ਨਹੀਂ ਜਿੱਤਦੇ ਉਹ ਦੂਸਰਿਆਂ ਨੂੰ ਪ੍ਰਭਾਵਿਤ ਜ਼ਰੂਰ ਕਰਦੇ ਆ। ਹੁਣ ਜੇਕਰ ਅਸੀਂ ਆਪਣੇ ਦੇਸ਼ ਦੇ ਖਿਡਾਰੀਆਂ ਦਾ ਨਾਂ ਲੈਣਾ ਹੋਵੇ, ਜਿਵੇਂ ਹਾਕੀ ਹੈ, ਬਿਲਕੁਲ ਹਾਕੀ ਵਿੱਚ ਇਸੇ ਜ਼ਿਲ੍ਹੇ ਨੇ, ਜਲੰਧਰ ਜ਼ਿਲ੍ਹੇ ਦੇ ਪਿੰਡਾਂ ਨੇ, ਜਲੰਧਰ ਜ਼ਿਲ੍ਹੇ ਦੇ ਖਿਡਾਰੀਆਂ ਨੇ ਦੇਸ਼ ਭਰ ਵਿੱਚ ਪੰਜਾਬ ਦਾ ਨਾਂ ਰੋਸ਼ਨ ਕੀਤਾ। ਇਵੇਂ ਕੀ ਆ ਕਿ ਸਾਡਾ ਮਿਲਖਾ ਸਿੰਘ ਜੀ, ਜਿਨ੍ਹਾਂ ਨੂੰ ਦੁਨੀਆ ਦੇ ਵਿੱਚ ਬਹੁਤ ਵੱਡਾ ਜਿਹੜਾ ਮਕਾਮ ਹਾਸਲ ਆ ਤੇ ਉਹਨਾਂ ਨੂੰ ਫਲਾਈਂਗ ਸਿੱਖ ਦੇ ਨਾਲ ਜਾਣਿਆ ਜਾਂਦਾ। ਬਿਲਕੁਲ ਬਿਲਕੁਲ। ਉਹਨਾਂ ਦੀ ਆਟੋਬਾਇਓਗ੍ਰਾਫੀ ਆ ਜਿਹੜੀ ਸਵੈ ਜੀਵਨੀ, ਉਹ ਯੁਗ ਕਵੀ ਪਾਸ਼ ਨੇ ਲਿਖੀ ਹੈ ਜੀ। ਮਿਲਖਾ ਸਿੰਘ ਜੀ ਲਿਖਦੇ ਉਹਦੇ ਵਿੱਚ ਕਿ ਜ਼ਿੰਦਗੀ ਦੇ ਵਿੱਚ ਜਿਹੜਾ ਹਰੇਕ ਦੌੜ ਨਹੀਂ ਜਿੱਤੀ ਜਾ ਸਕਦੀ ਤੇ ਨਾ ਹੀ ਜਿੱਤਣ ਲਈ ਕੋਈ ਜਰਨੈਲੀ ਸੜਕ ਹੁੰਦੀ ਆ ਕਿ ਅਸੀਂ ਜਿੱਤ ਜਾਈਏ। ਇਸ ਲਈ ਉਹਨਾਂ ਨੇ ਬੜਾ ਖੂਬਸੂਰਤ ਗੱਲ ਕਹੀ ਆ ਕਿ ਜ਼ਿੰਦਗੀ ਵਿੱਚ ਜਿੱਤ ਓਨੀ ਮਹੱਤਵਪੂਰਨ ਨਹੀਂ ਹੁੰਦੀ ਜਿੰਨੀ ਕਿ ਸੰਘਰਸ਼ ਕਰਨਾ ਤੇ ਜਦੋਜਹਿਦ ਕਰਨਾ ਜ਼ਰੂਰੀ ਹੁੰਦਾ। ਇਸ ਲਈ ਖੇਡ ਕਲਾ ਦਾ ਵੀ ਇਹ ਉਦੇਸ਼ ਹੋਇਆ ਕਿ ਜੇਕਰ ਅਸੀਂ ਚੰਗੀ ਖੇਡ ਨਾਲ ਲੋਕਾਂ ਦੇ ਮਨ ਜਿੱਤ ਸਕਦੇ ਹਾਂ ਤਾਂ ਐਵੇਂ ਅਸੀਂ ਜਿੱਤ ਵੀ ਹਾਸਲ ਕਰ ਸਕਦੇ ਹਾਂ। ਤੇ ਇਹ ਲੋਕਾਂ ਲਈ ਵੀ ਇਹ ਸੁਨੇਹਾ ਜਾਂ ਪ੍ਰੇਰਨਾ ਕਿ ਸਾਡੇ ਖਿਡਾਰੀ, ਉਹਨਾਂ ਦੀਆਂ ਹਾਲਤਾਂ ਜੋ ਜੀਆਂ ਮਰਜ਼ੀਆਂ ਹੋਣ, ਉਹ ਜਿੱਥੇ ਮਰਜ਼ੀ ਰਹਿੰਦੇ ਹੋਣ, ਉਹ ਮਿਹਨਤ ਕਰਕੇ, ਸਖਤ ਮਿਹਨਤ ਕਰਕੇ ਖੇਡ ਕਲਾ ਵਿੱਚ ਉੱਚਾ ਮੁਕਾਮ ਹਾਸਲ ਕਰ ਸਕਦੇ। ਬਿਲਕੁਲ। ਜਦੋਂ ਅਸੀਂ ਕਾਰਜਸ਼ੀਲਤਾ ਦੀ ਗੱਲ ਕਰਦੇ ਹਾਂ, ਇੱਕ ਕਲਾਕਾਰ ਆਪਣੀ ਕਲਾ ਨੂੰ ਨਿਖਾਰਨ ਦੇ ਵਾਸਤੇ ਕਿਵੇਂ ਕਾਰਜਸ਼ੀਲ ਰਹਿ ਸਕਦਾ? ਦੇਖੋ ਜੀ, ਕੋਈ ਮੰਨ ਲਓ ਗਾਇਕ ਕਲਾਕਾਰ ਆ, ਕੋਈ ਜਿਹੜਾ ਲਿਖਦਾ ਲੇਖਕ ਦਾ ਕਲਾਕਾਰ ਆ, ਕੋਈ ਚਿੱਤਰ ਦਾ ਕਲਾਕਾਰ ਆ, ਜਿਹੜੇ ਕਲਾਕਾਰ ਆ ਉਹ ਬਹੁਤ ਸੰਵੇਦਨਸ਼ੀਲ ਹੁੰਦੇ ਆ। ਬਿਲਕੁਲ। ਉਹਨਾਂ ਦੀਆਂ ਭਾਵਨਾਵਾਂ ਆਪਣੀ ਧਰਤੀ ਮਾਂ ਨਾਲ ਜੁੜੀਆਂ ਹੁੰਦੀਆਂ, ਉਹਨਾਂ ਦੀਆਂ ਭਾਵਨਾਵਾਂ ਆਪਣੇ ਰਿਸ਼ਤਿਆਂ ਨਾਲ ਜੁੜੀਆਂ ਹੁੰਦੀਆਂ। ਹੁਣ ਤੁਸੀਂ ਅਕਸਰ ਹੀ ਵੇਖਿਆ ਹੋਣਾ ਕਿ ਦੇਸ਼ ਦੇ ਵਿੱਚ, ਸਾਡੇ ਵਿੱਚ ਸਮੁੰਦਰ ਦੇ ਬੀਚਾਂ ਤੇ ਜਦੋਂ ਕੋਈ ਵੱਡੀ ਹਸਤੀ ਚਲੀ ਜਾਂਦੀ ਹੈ ਜਾਂ ਵੱਡੀ ਹਸਤੀ ਕੋਈ ਪ੍ਰਾਪਤੀ ਕਰਦੀ ਹੈ ਤਾਂ ਉਹ ਜਿਹੜੇ ਸਾਡੇ ਸਮੁੰਦਰ ਨੇ, ਉਹਨਾਂ ਦੇ ਬੀਚਾਂ ਤੇ ਰੇਤ ਦੇ ਨਾਲ ਜਿਹੜੇ ਕਲਾਕਾਰ ਆ ਉਹ ਕੋਈ ਸੁਨੇਹਾ ਛੱਡ ਜਾਂਦੇ ਆ, ਬਣਾਉਂਦੇ ਆ। ਇਵੇਂ ਜਿਹੜਾ ਕੋਈ ਵੀ ਕਲਾਕਾਰ ਆ, ਕਿਸੇ ਵੀ ਵਿਧਾ ਦਾ ਕਲਾਕਾਰ ਆ, ਉਹ ਕਾਰਜਸ਼ੀਲ ਤਾਂ ਹੁੰਦਾ ਹੀ ਆ। ਕਿਉਂਕਿ ਜੇ ਕੋਈ ਕਵੀ ਆ, ਜੇ ਉਹਨੂੰ ਕੋਈ ਇਸ ਤਰ੍ਹਾਂ ਦਾ ਮਾਹੌਲ ਮਿਲੂਗਾ, ਕਵਿਤਾ ਲਿਖ ਦੂਗਾ ਉਹ। ਜੇਕਰ ਕੋਈ ਲਿਖਦਾ ਕਲਾਕਾਰ ਆ, ਜਾਂ ਗਜ਼ਲ ਲਿਖਦਾ, ਜਾਂ ਕਵਿਤਾ ਲਿਖਦਾ, ਜਾਂ ਨਾਟਕ ਨਾਵਲ ਲਿਖਦਾ, ਕਿਉਂਕਿ ਸਾਰੇ ਵਿਸ਼ੇ ਸਾਡੇ ਸਮਾਜ 'ਚ ਹੀ ਪਏ ਹੁੰਦੇ ਆ ਤੇ ਇਹ ਉਹਦੀ ਕਾਰਜਸ਼ੀਲਤਾ ਹੁੰਦੀ ਆ ਕਿ ਜੇ ਉਹ ਉਸ ਨਾਲ ਜੁੜਿਆ ਹੋਇਆ ਤਾਂ ਹਰ ਵਕਤ ਉਹਦਾ ਮਨ ਇਸ ਤਰ੍ਹਾਂ ਦਾ ਪੁਆਇੰਟ, ਇਸ ਤਰ੍ਹਾਂ ਦੀ ਗੱਲ, ਇਸ ਤਰ੍ਹਾਂ ਦਾ ਕੋਈ ਸੁਪਨਾ, ਇਸ ਤਰ੍ਹਾਂ ਦੀ ਤੰਦ ਫੜਨ ਦੀ ਕੋਸ਼ਿਸ਼ 'ਚ ਰਹਿੰਦਾ ਕਿ ਮੈਂ ਇਹਨੂੰ ਕੋਈ ਮੁੱਦਾ ਬਣਾ ਕੇ ਇਹ ਤੇ ਕੋਈ ਆਪਦੀ ਕਲਾ ਨਾਲ ਇਹਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਾਂ। ਜੀ ਗੱਲ ਕਰਦੇ ਹਾਂ ਅਸੀਂ ਕਿ ਅਕਸਰ ਦੇਖਦੇ ਹਾਂ ਕਿ ਕਲਾਕਾਰ ਜਿਹੜੇ ਨੇ ਨਾ, ਉਹ ਕਈ ਲੋਕ ਇਹ ਕਹਿੰਦੇ ਨੇ ਕਿ ਕਲਾਕਾਰ ਜਨਮਜਾਤ ਹੁੰਦੇ ਨੇ, ਕਈ ਲੋਕ ਇਹ ਕਹਿੰਦੇ ਨੇ ਕਿ ਜਿਹੜੇ ਹਾਲਾਤ ਹੁੰਦੇ ਨੇ ਨਾ ਉਹ ਇਨਸਾਨ ਨੂੰ ਕਲਾਕਾਰ ਬਣਾ ਦਿੰਦੇ ਨੇ, ਔਰ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਬੱਚਾ ਜਦੋਂ ਪੈਦਾ ਪਹਿਲਾਂ ਹੁੰਦਾ, ਕਲਾ ਜਿਹੜੀ ਹੈ ਉਹਦੇ ਵਿੱਚੋਂ ਬਾਅਦ 'ਚ ਜਨਮ ਲੈਂਦੀ ਹੈ। ਤੁਸੀਂ ਕੀ ਕਹਿੰਦੇ ਹੋ ਇਸ ਨੂੰ ਲੈ ਕੇ? ਦੇਖੋ ਨੀਤੂ ਜੀ, ਇਹ ਆ ਕਿ ਕਲਾ ਜਮਾਂਦਰੂ ਵੀ ਹੁੰਦੀ ਹੈ। ਜੇਕਰ ਪੈਦਾ ਹੋਣ ਵਾਲੇ ਬੱਚੇ ਦੀ ਮਾਂ ਕਲਾਕਾਰ ਆ ਤੇ ਨਿਸ਼ਚੈ ਹੀ ਆ ਕਿ ਉਹ ਬੱਚੇ ਤੇ ਉਸ ਕਲਾਕਾਰ ਮਾਂ ਦਾ ਜਿਹੜਾ ਅਸਰ ਆ, ਪ੍ਰਭਾਵ ਆ, ਉਹ ਪਊਗਾ। ਤੇ ਦੂਸਰਾ ਜਿਹੜਾ ਉੱਥੋਂ ਦਾ ਮਾਹੌਲ ਆ, ਜਿੱਥੇ ਉਹ ਬੱਚਾ ਰਹਿ ਰਿਹਾ, ਜਿੱਥੇ ਉਹ ਬੱਚਾ ਪਲ ਰਿਹਾ,
ਉਹਨੂੰ ਕਿਸ ਤਰ੍ਹਾਂ ਦਾ ਮਾਹੌਲ ਮਿਲ ਰਿਹਾ, ਉਹਨੂੰ ਕਿਸ ਤਰ੍ਹਾਂ ਦੀ ਸੰਗਤ ਮਿਲ ਰਹੀ ਆ, ਉਹਦੇ ਨਾਲ ਉਸ ਬੱਚੇ ਤੇ ਅਸਰ ਪੈਣਾ ਜੀ। ਤੇ ਕਈ ਵਾਰ ਕੀ ਹੁੰਦਾ ਕਿ ਕਿਸੇ ਖਿਡਾਰੀ ਦਾ ਬੱਚਾ ਲੇਖਕ ਬਣ ਜਾਂਦਾ ਜਾਂ ਲੇਖਕ ਦਾ ਬੱਚਾ ਖਿਡਾਰੀ ਬਣ ਜਾਂਦਾ। ਇਹ ਜਿਹੜਾ ਮਾਹੌਲ ਆ ਬੱਚੇ ਨੂੰ ਅਸੀਂ ਕਿਸ ਤਰ੍ਹਾਂ ਦਾ ਮਾਹੌਲ ਦਿੰਨੇ ਆ ਜੀ, ਉਹਦੇ ਨਾਲ ਉਹਦੀ ਕਲਾ ਨੇ ਵਿਕਸਣਾ ਜੀ, ਤੇ ਉਹ ਕਲਾ ਨੂੰ ਸਮਾਜ ਕਿੰਜ ਲੈਂਦਾ ਜੀ, ਉਹ ਪ੍ਰਵਾਨ ਕਰਦਾ, ਸਮਾਜ ਕਿ ਨਹੀਂ ਕਰਦਾ ਜੀ, ਉਹ ਜਿਹੜਾ ਕਲਾਕਾਰ ਆ ਕਿੰਨੀ ਮਿਹਨਤ ਕਰਦਾ। ਸਵਾਲ ਇਸ ਗੱਲ ਦਾ ਕਿ ਕਲਾ ਜਮਾਂਦਰੂ ਹੋਵੇ ਜੀ, ਚਾਹੇ ਮਾਹੌਲ ਚੋਂ ਮਿਲੀ ਹੋਵੇ, ਜੀ, ਜੇਕਰ ਉਹ ਲੋਕਾਂ ਨਾਲ ਜੁੜੀ ਹੋਈ ਆ, ਜੇਕਰ ਉਹਦੀਆਂ ਜੜ੍ਹਾਂ ਮਾਨਵਤਾ ਚ ਆ, ਤਾਂ ਉਹਦਾ ਸਮਾਜ ਲਈ ਤੇ ਉਸ ਵਿਅਕਤੀ ਲਈ ਬਹੁਤ ਸਾਰਾ ਮੁੱਲ ਹੁੰਦਾ, ਬਹੁਤ ਮਹੱਤਵ ਹੁੰਦਾ। ਬਿਲਕੁਲ ਗੱਲ ਕਰਦੇ ਹਾਂ ਅਸੀਂ, ਕਿਉਂਕਿ ਜਦੋਂ ਇੱਕ ਬੱਚਾ ਜਨਮ ਲੈਂਦਾ ਹੈ ਨਾ ਤਾਂ ਲੱਖੇਵਾਲੀ ਸਰ ਉਹਦੇ ਨਾਲ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਜਿਹੜਾ ਗਹਿਰਾ ਰਿਸ਼ਤਾ ਹੁੰਦਾ ਨਾ ਉਹ ਮਾਂ ਦਾ ਹੁੰਦਾ। ਮਾਂ ਬੱਚੇ ਨੂੰ ਜਨਮ ਦਿੰਦੀ ਹੈ ਔਰ ਉਹਨੂੰ ਆਪਣਾ ਦੁੱਧ ਪਿਲਾਉਂਦੀ ਹੈ, ਪਾਲਦੀ ਹੈ, ਰੋਟੀ ਖਵਾਉਂਦੀ ਹੈ, ਉਹਦੇ ਨਾਲ ਖੇਡਦੀ ਹੈ, ਉਹਨੂੰ ਸਕੂਲ ਤੋਰਦੀ ਹੈ। ਇਹ ਕਹਿ ਸਕਦੇ ਆ ਕਿ ਮਾਂ ਦਾ ਰੋਲ ਬਹੁਤ ਵੱਡਾ ਹੈ। ਫਿਰ ਆਉਂਦੀ ਹੈ ਉਹਦੀ ਭੈਣ ਜਾਂ ਉਹਦੀ ਦਾਦੀ ਜਾਂ ਉਹਦੀ ਨਾਨੀ, ਹੈ ਨਾ, ਕਿਉਂਕਿ ਇੱਕ ਔਰਤ ਜਿਹੜੀ ਹੈ ਨਾ ਇੱਕ ਬੱਚੇ ਨੂੰ ਸ਼ਿੰਗਾਰਨ ਤੇ ਸਵਾਰਨ ਦੇ ਵਾਸਤੇ ਪਿਓ ਨਾਲੋਂ ਜ਼ਿਆਦਾ ਵਧੀਆ ਵੱਡਾ ਰੋਲ ਅਦਾ ਕਰਦੀ ਹੈ। ਇਹ ਨਹੀਂ ਮੈਂ ਕਹਿੰਦੀ ਕਿ ਪਿਓ ਰੋਲ ਨਹੀਂ ਅਦਾ ਕਰਦਾ, ਪਰ ਫਿਰ ਵੀ ਜ਼ਿਆਦਾ ਸਮਾਂ ਜਿਹੜਾ ਨਾ ਉਹ ਆਪਣੀ ਭੈਣ ਨਾਲ ਖੇਡਦਾ ਹੈ ਜਾਂ ਮਾਂ ਨਾਲ ਰਹਿੰਦਾ ਹੈ ਜਾਂ ਦਾਦੀ ਨਾਲ ਰਹਿੰਦਾ ਜਾਂ ਨਾਨੀ ਨਾਲ ਰਹਿੰਦਾ। ਕੀ ਲੱਗਦਾ ਹੈ ਕਿ ਇੱਕ ਔਰਤ ਜਿਹੜੀ ਹੈ ਉਹਦੀ ਜ਼ਿੰਮੇਵਾਰੀ ਕੀ ਬਣਦੀ ਹੈ ਉਸ ਦੀ ਕਲਾ ਨੂੰ ਨਿਖਾਰਨ ਤੇ ਸ਼ਿੰਗਾਰਨ ਦੇ ਵਾਸਤੇ? ਦੇਖੋ ਨੀਤੂ ਜੀ, ਜਿਹੜੀ ਸਾਡੀ ਔਰਤ ਆ ਜਾਂ ਮਾਂ ਜਾਂ ਸਾਡੀ ਭੈਣ ਆ ਜੀ ਜਾਂ ਸਾਡੇ ਸਮਾਜਿਕ ਰਿਸ਼ਤੇ ਆ, ਜਦੋਂ ਮਾਂ ਦੀ ਗੱਲ ਕਰਦੇ ਆ ਤਾਂ ਮਾਂ ਇੱਕ ਬਹੁਤ ਵੱਡੀ ਕਲਾਕਾਰ ਹੁੰਦੀ ਹੈ। ਬਿਲਕੁਲ। ਦੁਨੀਆ ਦਾ ਬਹੁਤ ਪ੍ਰਸਿੱਧ ਜਿਹੜਾ ਲੇਖਕ ਰਸੂਲ ਹਮਜ਼ਾ ਤੋਬ ਜੀ, ਉਹ ਲਿਖਦਾ ਕਿ ਜਿਹੜੀਆਂ ਦੁਨੀਆ ਦੀਆਂ ਸਾਰੀਆਂ ਮਾਵਾਂ ਇੱਕ ਵਿਤਰੀਆਂ ਹੁੰਦੀਆਂ। ਉਹ ਕਹਿੰਦਾ ਜਿਹੜੀਆਂ ਆਪਣੇ ਦੁੱਧ ਦੇ ਨਾਲ ਤੇ ਆਪਣੀ ਮਿੱਠੀ ਗੋਦ ਦੇ ਨਾਲ ਬੱਚਿਆਂ ਨੂੰ ਤੋਰਨਾ ਨਹੀਂ ਸਿਖਾਉਂਦੀਆਂ, ਸੁਪਨੇ ਵੀ ਦਿੰਦੀਆਂ, ਬਿਲਕੁਲ ਉਹਨਾਂ ਨੂੰ ਸਿਖਾਉਂਦੀਆਂ ਵੀ ਆ। ਇਸ ਲਈ ਮਾਂ ਇੱਕ ਕਲਾਕਾਰ ਆ ਤੇ ਉਹ ਮਾਂ ਜਿਹੜੀ ਕਲਾਕਾਰ ਆ, ਜੇਕਰ ਉਹ ਸਿਖਾਵੇਂ ਮਾਹੌਲ 'ਚ ਰਹਿੰਦੀ ਆ ਤਾਂ ਜਿਹੜਾ ਉਸ ਤੋਂ ਦਾ ਸਮਾਜ ਆ ਉਹਦਾ ਭਵਿੱਖ ਰੌਸ਼ਨ ਆ ਜੀ। ਤੇ ਜੇਕਰ ਸਾਡੀਆਂ ਮਾਵਾਂ, ਸਾਡਾ ਸਮਾਜ ਇਸ ਗੱਲ ਨੂੰ ਸਮਝਦਾ ਕਿ ਅਸੀਂ ਆਪਣੇ ਭਵਿੱਖ ਨੂੰ, ਅਸੀਂ ਆਪਦੇ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ, ਤਾਂ ਉਸ ਕਲਾ ਦੇ ਨਾਲ ਉਸ ਧਰਤੀ ਦੀ ਕੀ ਵਿਰਾਸਤ ਆ। ਜੇਕਰ ਹੁਣ ਅਸੀਂ ਵੇਖੀਏ ਕਿ ਅਸੀਂ ਪੰਜਾਬ ਨੂੰ ਦੀ ਵਿਰਾਸਤ ਨੂੰ ਬਹੁਤ ਅਮੀਰ ਮੰਨਦੇ ਆ ਕਿ 5 ਦਰਿਆਵਾਂ ਦੀ ਧਰਤੀ ਆ, ਇਹ ਗੁਰੂਆਂ ਪੀਰਾਂ ਦੀ ਧਰਤੀ ਆ, ਇਹ ਸ਼ਹੀਦਾਂ ਦੀ ਧਰਤੀ ਆ, ਤਾਂ ਫਿਰ ਅਸੀਂ ਜਿਹੜੀ ਮਾਂ ਦਾ ਦੁੱਧ ਆ ਜਾਂ ਮਾਂ ਦੀ ਸਿੱਖਿਆ ਉਹ ਵਿਰਾਸਤ ਨਾਲ ਵੀ ਹੋਣੀ ਚਾਹੀਦੀ ਹੈ ਕਿ ਅਸੀਂ ਇਸ ਵਿਰਾਸਤ ਨੂੰ ਕਾਇਮ ਰੱਖਣਾ, ਤਾਂ ਕਿ ਜਿਹੜੇ ਉਹ ਨਾਇਕ, ਜਿਹੜੇ ਸਾਡੇ ਗੁਰੂ, ਜਿਹੜੇ ਸਾਡੇ ਵੱਡ ਵਡੇਰੇ, ਜਿਹੜੇ ਸਾਡੇ ਪੂਰਵਜ ਸਾਨੂੰ ਇੱਕ ਸਿੱਖਿਆ ਦੇ ਕੇ ਗਏ ਆ, ਅਸੀਂ ਉਹ ਸਿੱਖਿਆ ਨਾਲ ਇਸ ਜ਼ਿੰਦਗੀ ਤੇ ਸਮਾਜ ਨੂੰ ਆਪਣੀ ਕਲਾ ਦੇ ਸਹਾਰੇ ਕਿਵੇਂ ਖੂਬਸੂਰਤ ਬਣਾ ਸਕਦੇ ਹਾਂ। ਜੀ ਬਿਲਕੁਲ। ਗੱਲ ਕਰਦੇ ਆ ਕਲਾ ਦੀ, ਜਦੋਂ ਅਸੀਂ ਗੱਲ ਕਰਦੇ ਆ ਨਾ ਤੇ ਕਈ ਵਾਰੀ ਇੱਦਾਂ ਹੁੰਦਾ ਕਿ ਅਸੀਂ ਬਹੁਤ ਸਾਰੇ ਇਹੋ ਜਿਹੇ ਕਲਾਕਾਰਾਂ ਦੀ ਤਰਾਸਦੀ ਦੇਖਦੇ ਹਾਂ ਕਿ ਜਦੋਂ ਉਹ ਉਮਰ ਦੇ ਉਸ ਪੜਾਅ ਦੇ ਵਿੱਚ ਗੁਜ਼ਰਦੇ ਨੇ ਨਾ, ਜਿਹਨੂੰ ਅਸੀਂ ਤੀਸਰਾ ਸਮਾਂ ਕਹਿੰਦੇ ਆ ਜਾਂ ਬੁਢਾਪਾ ਕਹਿੰਦੇ ਆ, ਕਲਾ ਦੇ ਨਾਲ ਨਾ ਉਹ ਜੁੜੇ ਤਾਂ ਜ਼ਰੂਰ ਹੁੰਦੇ ਨੇ ਪਰ ਉਹਨਾਂ ਦਾ ਆਰਥਿਕ ਪੱਖ ਨਾ ਜਿਹੜਾ ਬਹੁਤ ਕਮਜ਼ੋਰ ਹੋਇਆ ਹੁੰਦਾ। ਕੀ ਕਲਾ ਦੇ ਨਾਲ ਅਸੀਂ ਆਪਣੇ ਆਰਥਿਕ ਪੱਖ ਨੂੰ ਸ਼ਿੰਗਾਰ ਸਕਦੇ ਹਾਂ, ਸਵਾਰ ਸਕਦੇ ਹਾਂ, ਜਾਂ ਅਸੀਂ ਗੱਲ ਇਹ ਕਰੀਏ ਕਿ ਸਾਡਾ ਜਿਹੜਾ ਉਹ ਦਰਾਜ਼ ਉਮਰ ਦਾ ਉਹ ਸਮਾਂ ਹੈ ਉਹਨੂੰ ਅਸੀਂ ਚੰਗਾ ਜੀਵਨ ਬਣਾ ਸਕਦੇ ਹਾਂ? ਦੇਖੋ ਜੀ, ਕਲਾਕਾਰ ਜਿਹੜਾ ਹੁੰਦਾ ਉਹ ਪਰਿਵਾਰ ਨਾਲੋਂ ਵੱਧ ਸਮਾਜ ਤੇ ਲੋਕਾਂ ਦਾ ਹੁੰਦਾ ਜੀ, ਕਿਉਂਕਿ ਦੁਨੀਆ ਦਾ ਜਿਹੜਾ ਪ੍ਰਸਿੱਧ ਨਾਇਕ ਆ, ਮੈਂ ਕਹਾਂਗਾ ਦੇਸ਼ ਭਗਤ ਆ ਸਾਡੇ ਦੇਸ਼ ਦਾ, ਲਾਲਾ ਹਰਦਿਆਲ ਜੀ, ਉਹਨੇ ਕਿਹਾ ਕਿ ਕਲਾ ਦੀਆਂ ਜੜ੍ਹਾਂ ਮਾਨਵਤਾ ਦੇ ਵਿੱਚ ਹੁੰਦੀਆਂ ਜੀ। ਇਸ ਲਈ ਕਲਾਕਾਰ ਨੇ ਲੋਕਾਂ ਲਈ, ਮਾਨਵਤਾ ਲਈ, ਸਮਾਜ ਲਈ ਕੰਮ ਕਰਨਾ ਜੀ। ਇਸ ਲਈ ਜਿਹੜਾ ਸਮਾਜ ਆ ਉਹਦੀ ਵੀ ਸਰਕਾਰ ਪ੍ਰਤੀ ਕੋਈ ਜ਼ਿੰਮੇਵਾਰੀ, ਉਹਦੀ ਵੀ ਕਲਾਕਾਰ ਪ੍ਰਤੀ ਕੋਈ ਜ਼ਿੰਮੇਵਾਰੀ ਬਣਦੀ ਹੈ ਜੀ, ਕਿ ਜਿਹੜੇ ਸਾਡੇ ਕਲਾਕਾਰ ਗਾਉਂਦੇ ਆ, ਚਾਹੇ ਲਿਖਦੇ ਆ, ਚਾਹੇ ਖਿਡਾਰੀ ਆ, ਚਾਹੇ ਲੇਖਕ ਆ ਜੀ, ਜਦੋਂ ਉਹ ਕੰਮ ਕਰਨ ਤੋਂ ਸਮਰਥ ਹੋ ਜਾਂਦੇ ਆ, ਉਹਨਾਂ ਕੋਲੇ ਕੋਈ ਆਰਥਿਕ ਸਾਧਨ ਨਹੀਂ ਹੁੰਦਾ। ਜਿਵੇਂ ਮੈਂ ਜ਼ਿਕਰ ਕਰਾਂ ਕਿ ਸਾਡੇ ਬਹੁਤ ਹੀ ਵੱਡੇ ਗੀਤਕਾਰ ਨੰਦ ਲਾਲ ਨੂਰਪੁਰੀ ਜੀ, ਜਿਨ੍ਹਾਂ ਨੇ ਬਹੁਤ ਸੋਹਣੇ ਅਮਰ ਰਹਿਣ ਵਾਲੇ ਗੀਤ ਲਿਖੇ, ਬਿਲਕੁਲ, ਕਿ ਪੂਜੋ ਪੂਜੋ ਉਹਨਾਂ ਇਨਸਾਨਾਂ ਨੂੰ ਜਿਹੜੇ ਵਾਰ ਗਏ ਨੇ ਦੇਸ਼ ਲਈ ਸੋਹਣੀਆਂ ਸੋਹਣੀਆਂ ਜਾਨਾਂ ਨੂੰ, ਉਹਨਾਂ ਨੂੰ ਖੁਦਕਸ਼ੀ ਕਰਕੇ ਇਸ ਦੁਨੀਆ ਤੋਂ ਜਾਣਾ ਪਿਆ ਮਜਬੂਰੀ ਵਿੱਚ। ਕਹਿਣ ਦਾ ਭਾਵ ਕਿ ਅਸੀਂ ਮਤਲਬ ਆਪਣੀ ਕਲਾ ਨੂੰ ਜਿਉਣਾ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸਾਡੀ ਆਪਣੀ ਕਲਾ ਜਿਹੜੀ ਜਿਉਂਦੀ ਰਹੇ, ਔਰ ਉਹਦੇ ਨਾਲ ਨਾਲ ਜਦੋਂ ਅਸੀਂ ਕਲਾ ਦੀ ਗੱਲ ਕਰਦੇ ਹਾਂ ਨਾ ਕਿ ਇੱਕ ਬੰਦਾ ਦੂਜੇ ਬੰਦੇ ਨੂੰ ਆਪਣੀ ਕਲਾ ਜਿਹੜੀ ਹੈ ਉਹ ਦੇ ਸਕਦਾ। ਕਈਆਂ ਨੂੰ ਤਾਂ ਵਿਰਾਸਤ ਦੇ ਵਿੱਚ ਮਿਲਦੀ ਹੈ, ਕਈ ਜਿਹੜੇ ਨੇ ਨਾ ਉਹ ਆਪਣੀ ਕਲਾ ਨੂੰ ਇੱਕ ਆਪ ਨਿਖਾਰਦੇ ਨੇ ਤੇ ਉਸੇ ਬੰਦੇ ਤੋਂ ਹੀ ਸ਼ੁਰੂਆਤ ਹੁੰਦੀ ਹੈ ਨਾ।
ਤੁਹਾਨੂੰ ਲੱਗਦਾ ਹੈ ਕਿ ਸਾਨੂੰ ਚਾਹੀਦਾ ਹੈ, ਅਸੀਂ ਆਪ ਇੱਕ ਇਸ ਸਮਾਜ ਦੇ ਵਿੱਚ ਵਿਚਰਦੇ ਪਏ ਹਾਂ, ਇਸ ਸਮਾਜ ਦੇ ਵਿੱਚ ਰਹਿੰਦੇ ਪਏ ਹਾਂ, ਬਹੁਤ ਸਾਰੇ ਲੋਕਾਂ ਨੂੰ ਅਸੀਂ ਮਿਲਦੇ ਹਾਂ, ਤੁਹਾਨੂੰ ਲੱਗਦਾ ਕਿ ਕੋਈ ਕਲਾਕਾਰ ਇੱਦਾਂ ਵੀ ਕਰਦਾ ਹੈ ਕਿ ਨਹੀਂ ਜੀ ਮੈਂ ਤੇ ਆਪਣੀ ਕਲਾ ਨੂੰ ਦੂਜੇ ਨੂੰ ਦੇਣਾ ਹੀ ਨਹੀਂ ਹੈ? ਇੱਕ ਕਲਾਕਾਰ ਦਾ ਫਰਜ਼ ਕੀ ਬਣਦਾ ਹੈ ਕਿ ਉਹ ਆਪਣੀ ਕਲਾ ਨੂੰ ਜਗ ਜ਼ਾਹਰ ਕਰੇ ਔਰ ਦੂਸਰਿਆਂ ਲੋਕਾਂ ਨੂੰ ਵੀ ਜਿਹੜਾ ਉਹ ਜ਼ਰੂਰ ਦੇਵੇ? ਇਹ ਜ਼ਿੰਮੇਵਾਰੀ ਕਿੰਨੀ ਕੁ ਬਣਦੀ ਹੈ ਕਲਾਕਾਰ ਦੀ? ਦੇਖੋ ਜੀ, ਕਲਾਕਾਰ ਜਿਹੜਾ ਹੈ, ਕਲਾ ਦਾ ਕੋਈ ਉਦੇਸ਼ ਆ ਜਾਂ ਮੰਤਵ ਆ ਜੀ। ਕਲਾਕਾਰ ਦਾ ਇਹ ਫਰਜ਼ ਆ ਕਿ ਮੰਨ ਲਓ ਜੇ ਕੋਈ ਗਾਉਂਦਾ ਬੰਦਾ ਤੇ ਉਹ ਕੋਈ ਹੋਰਾਂ ਨੂੰ ਵੀ ਇਹ ਗੁਣ ਦੇਵੇ ਜੀ। ਜੇ ਕੋਈ ਲਿਖਦਾ ਤਾਂ ਉਹ ਗੁਣ ਹੋਰਾਂ ਨੂੰ ਵੀ ਦੇਵੇ, ਕਿਉਂਕਿ ਕਲਾ ਤਾਂ ਸਾਂਝੀ ਹੁੰਦੀ ਆ, ਸਾਰਿਆਂ ਦੇ ਵਾਸਤੇ ਹੁੰਦੀ ਆ, ਸਾਰਿਆਂ ਦੇ ਭਲੇ ਵਾਸਤੇ ਹੁੰਦੀ ਆ। ਕਿਉਂਕਿ ਜੇਕਰ ਅਸੀਂ ਇਸ ਕਲਾ ਨੂੰ ਅੱਗੇ ਨਹੀਂ ਵੰਡਾਂਗੇ ਤਾਂ ਇਹਦਾ ਜਿਹੜਾ ਖੂਬਸੂਰਤੀ ਆ ਜਾਂ ਇਹਦਾ ਸੁੰਦਰ ਰੂਪ ਆ ਜਾਂ ਇਹਦਾ ਜਿਹੜਾ ਮੰਤਵ ਆ ਜਾਂ ਜਿਹਦੇ ਲਈ ਅਸੀਂ ਉਹ ਕਲਾ 'ਚ ਆਏ ਆ ਉਹ ਪੂਰਾ ਨਹੀਂ ਹੋ ਸਕਦਾ। ਇਸ ਲਈ ਜਿੱਥੇ ਇਹ ਫਰਜ਼ ਆ ਸਾਡਾ ਕਿ ਕਲਾਕਾਰਾਂ ਦਾ ਮਾਣ ਸਤਿਕਾਰ ਕਰੀਏ, ਉਹਨਾਂ ਦੀ ਮਦਦ ਕਰੀਏ, ਉਹਨਾਂ ਦੇ ਲਈ ਕੋਈ ਉਹਨਾਂ ਦੇ ਜਿਉਣ ਦਾ ਜਾਂ ਉਹਨਾਂ ਦੀ ਆਖਰੀ ਉਮਰ ਦਾ ਕੋਈ ਪ੍ਰਬੰਧ ਕਰੀਏ, ਸਾਡਾ ਫਰਜ਼ ਆ ਜਾਂ ਸਰਕਾਰਾਂ ਦਾ ਫਰਜ਼ ਆ, ਤਾਂ ਕਲਾਕਾਰਾਂ ਦਾ ਵੀ ਫਰਜ਼ ਆ ਕਿ ਉਹ ਕਲਾ ਨੂੰ ਲੋਕਾਂ ਲਈ ਅੱਗੇ ਆਉਣ ਤੇ ਉਹਨੂੰ ਹੋਰ ਲੋਕਾਂ ਤੱਕ ਲਿਜਾਣ ਲਈ ਉਹ ਕਲਾ ਨੂੰ ਹੋਰ ਅੱਗੇ ਵੰਡਣ, ਜ਼ਿੰਮੇਵਾਰੀ ਨਾਲ ਨਿਭਾਵੇ। ਬਿਲਕੁਲ। ਸੋ ਕਲਾ ਦੀ ਅੱਜ ਗੱਲ ਚੱਲ ਰਹੀ ਹੈ ਖਾਸ ਤੌਰ ਦੇ ਉੱਤੇ, ਤੇ ਇੱਕ ਕਲਾ ਹੈ ਜੀ ਗਾਇਕੀ ਦੀ ਕਲਾ, ਤੇ ਉਹਦੇ ਵਾਸਤੇ ਸਾਡੇ ਅਲੱਗ-ਅਲੱਗ ਜਿਹੜੇ ਗਾਇਕ ਕਲਾਕਾਰ ਨੇ ਦੂਰਦਰਸ਼ਨ ਦੇ ਵਿਹੜੇ ਆਉਂਦੇ ਨੇ ਤੇ ਆਪਣੀ ਕਲਾ ਦਾ ਅਸੀਂ ਕਹਿ ਸਕਦੇ ਹਾਂ ਕਿ ਇਜ਼ਹਾਰ ਕਰਦੇ ਨੇ। ਸੋ ਹੁਣ ਜੁੜਦੇ ਹਾਂ ਉਸੇ ਕਲਾ ਦੇ ਨਾਲ, ਯਾਨੀ ਕਿ ਸੰਗੀਤ ਦੀ ਕਲਾ ਦੇ ਨਾਲ, ਤੇ ਉਸ ਤੋਂ ਬਾਅਦ ਇਹ ਵਿਚਾਰ ਚਰਚਾ ਇੰਝ ਹੀ ਚੱਲਦੀ ਰਹੇਗੀ।
ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਰਾਮ ਸਵਰਨ ਲੱਖੇਵਾਲੀ ਜੀ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਨੇ। ਗੱਲ ਕਰ ਰਹੇ ਹਾਂ ਜੀ ਅੱਜ ਕਲਾ ਤੇ ਸਾਹਿਤ ਦੀ। ਕਲਾ ਦੀ ਗੱਲ ਕਰਦੇ ਨਾ ਮੇਰੇ ਨਾਲ ਇੱਕ ਜ਼ਹਿਨ ਦੇ ਵਿੱਚ ਗੱਲ ਆ ਗਈ ਹੈ ਕਿ ਅਸੀਂ ਅਕਸਰ ਕਹਿੰਦੇ ਹਾਂ ਕਿ ਰਿਸ਼ਤੇਦਾਰੀ ਅਸੀਂ ਨਿਭਾਉਣੀ ਹੈ। ਫਲਾਣੇ ਦਾ ਵਿਆਹ ਆ ਗਿਆ, ਉੱਥੇ ਜਾਣਾ ਵਾ, ਫਲਾਣੇ ਦੇ ਭੋਗ ਤੇ ਜਾਣਾ ਵਾ, ਅਸੀਂ ਇੱਥੇ ਜਾਣਾ ਵਾ, ਰਿਸ਼ਤੇਦਾਰੀ ਦੇ ਵਿੱਚ ਜਨਮ ਦਿਨ ਆ ਗਿਆ। ਇਹਨਾਂ ਰਿਸ਼ਤਿਆਂ ਨੂੰ ਨਿਭਾਉਣਾ ਜਿਹੜਾ ਵਾ ਉਹ ਲੱਗਦਾ ਨਹੀਂ ਕਿ ਇਹ ਵੀ ਇੱਕ ਕਲਾ ਹੀ ਹੈ, ਕਿਉਂਕਿ ਜਦੋਂ ਅਸੀਂ ਇਹਦੇ ਨਾਲ ਇੱਕ ਔਰਤ ਦੀ ਵੀ ਗੱਲ ਕਰਦੇ ਹਾਂ, ਜਿਵੇਂ ਪਹਿਲਾਂ ਵੀ ਅਸੀਂ ਜ਼ਿਕਰ ਕੀਤਾ, ਉਹਦੇ ਅਲੱਗ-ਅਲੱਗ ਰੂਪ ਵੀ ਜਿਹੜੇ ਆ, ਅਸੀਂ ਮਾਂ ਵੀ ਬਣਦੀ ਹੈ, ਭੈਣ ਵੀ ਬਣਦੀ ਹੈ, ਹੈ ਨਾ, ਪਤਨੀ ਵੀ ਬਣਦੀ ਹੈ, ਔਰ ਉਹ ਰਿਸ਼ਤਿਆਂ ਨੂੰ ਵੀ ਨਿਭਾਉਂਦੀ ਹੈ, ਉਹਨਾਂ ਰਿਸ਼ਤਿਆਂ ਦੇ ਨਾਲ ਰਿਸ਼ਤੇਦਾਰੀ ਨੂੰ ਵੀ ਨਿਭਾਉਂਦੀ ਹੈ। ਇਹ ਵੀ ਇੱਕ ਕਲਾ ਦਾ ਰੂਪ ਨਹੀਂ ਹੈ? ਬਿਲਕੁਲ ਨੀਤੂ ਜੀ, ਜਦੋਂ ਅਸੀਂ ਕਲਾ ਨੂੰ ਕਹਿੰਦੇ ਹਾਂ ਕਿ ਪ੍ਰੇਰਨਾ ਜੀ ਜਾਂ ਸਾਡੇ ਲਈ ਰਾਹ ਦਰਸਾਵਾ ਜੀ, ਤਾਂ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜਿਹੜੇ ਔਰਤ ਆ ਉਹ ਕਿੰਨੇ ਤਰ੍ਹਾਂ ਦੇ ਇਸ ਸਮਾਜ 'ਚ ਰਹਿੰਦੇ ਆ ਰਿਸ਼ਤੇ ਨਿਭਾਉਂਦੀ ਆ ਜੀ, ਇਹਨੂੰ ਜਿਉਣ ਕਲਾ ਕਹਿੰਦੇ ਆ ਜੀ। ਤੇ ਜਿਉਣ ਕਲਾ ਤੋਂ ਹੀ ਉਸ ਸਮਾਜ ਦੀ ਪਹਿਚਾਣ ਹੁੰਦੀ ਆ ਕਿ ਇਹ ਸਮਾਜ ਕਿੱਥੇ ਕੁ ਪਹੁੰਚ ਗਿਆ ਜੀ। ਜਿਹੜੀ ਸਾਡੀ ਮਾਂ, ਉਹ ਸਾਨੂੰ ਰਲ ਕੇ ਰਹਿਣਾ, ਦੂਸਰਿਆਂ ਦੀ ਮਦਦ ਕਰਨਾ, ਹਰੇਕ ਦਾ ਭਲਾ ਸੋਚਣਾ, ਇਹ ਮਾਂ ਸਾਨੂੰ ਬਚਪਨ 'ਚ ਸਿਖਾਉਂਦੀ ਹੈ। ਮਾਂ ਦੀ ਗੋਦ ਵਿੱਚ ਬੱਚਾ ਇਹ ਗੱਲਾਂ ਸਿੱਖਦਾ ਜੀ। ਇਵੇਂ ਜਿਹੜੇ ਸਾਡੇ ਸਮਾਜਿਕ ਰਿਸ਼ਤੇ ਆ, ਇੱਕ ਭੈਣ ਆ ਉਹ ਆਪਣੇ ਭਰਾ ਨੂੰ ਕਿੰਨਾ ਪਿਆਰ ਕਰਦੀ ਆ ਜੀ, ਤਿਥ ਤਿਉਹਾਰਾਂ ਤੇ ਵੀ ਜਾਂਦੀ ਆ, ਉਹਦਾ ਸਤਿਕਾਰ ਕਰਦੀ ਆ। ਇਸੇ ਤਰ੍ਹਾਂ ਇੱਕ ਪਤਨੀ ਆ, ਇਸੇ ਤਰ੍ਹਾਂ ਸਾਡੇ ਚਾਚੀ ਮਾਸੀ, ਹੋਰ ਸਮਾਜਿਕ ਰਿਸ਼ਤੇ ਆ ਜੀ। ਜਿਹੜੀ ਔਰਤਾਂ ਦੀ ਜਿਉਣ ਕਲਾ, ਔਰਤਾਂ ਜਿਉਣ ਕਲਾ ਨਾਲ ਇਸ ਜਿਹੜਾ ਸਮਾਜ ਆ ਉਹਨੂੰ ਸੁਖਾਵਾਂ ਰੱਖਦੀਆਂ। ਜਿਹੜੇ ਸਾਡੇ ਲੋਕ ਗੀਤ ਆ, ਜਦੋਂ ਅਸੀਂ ਖੁਸ਼ੀਆਂ 'ਚ ਗਾਉਣੇ ਆ ਤਾਂ ਉਹਦੇ 'ਚ ਇੱਕ ਗਾਉਣ ਕਲਾ ਵੀ ਆ ਤੇ ਉਹਦੇ ਇੱਕ ਔਰਤਾਂ ਦਾ ਰਿਸ਼ਤਾ ਵੀ ਆ। ਤੇ ਇਹ ਜਿਹੜਾ ਕਲਾ ਸਾਡੀ ਸਮਾਜ ਦੀ, ਇਹ ਤੇ ਅਸੀਂ ਮਾਣ ਕਰ ਸਕਦੇ ਆ। ਤੇ ਇਸ ਚੰਗੀ ਕਲਾ ਲਈ, ਇਸ ਜਿਉਣ ਕਲਾ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਆ ਕਾਰਨ ਹੁੰਦੇ ਆ ਕਿ ਇਹ ਸਾਡੀਆਂ ਔਰਤਾਂ ਨੇ, ਸਾਡੀਆਂ ਮਾਵਾਂ ਨੇ, ਸਾਡੀਆਂ ਭੈਣਾਂ ਨੇ। ਇਹ ਔਰਤ ਜਿਹੜੀ ਇਹ ਕਲਾ, ਇਹ ਇੱਥੋਂ ਹੀ ਸਿੱਖੀ ਆ, ਮਾਹੌਲ ਚੋਂ ਸਿੱਖੀ ਆ, ਇਸ ਵਿਰਸੇ ਚ ਸਿੱਖੀ ਆ, ਇਹ ਸੱਭਿਆਚਾਰ ਸਿੱਖੀ ਆ। ਇਸ ਲਈ ਇਹਨੂੰ ਜਿਉਂਦਾ ਰੱਖਣ ਲਈ, ਇਹਨੂੰ ਜਗਦਾ ਰੱਖਣ ਲਈ ਤੇ ਸਮਾਜ ਨੂੰ ਜਿਹੜੇ ਵਧੀਆ ਸਿਖਾਵੇਂ ਰੁੱਖ ਤੋਰਨ ਲਈ ਸਾਨੂੰ ਇਸ ਕਲਾ ਨੂੰ ਹੋਰ ਪ੍ਰਫੁੱਲਤ ਕਰਨ ਦੀ ਲੋੜ ਹੈ ਜੀ। ਸੋ ਗੱਲ ਕਰਦੇ ਆ ਕਲਾ ਦੇ ਨਾਲ ਨਾਲ ਸਾਹਿਤ ਦੀ। ਕਲਾ ਤੇ ਸਾਹਿਤ ਦਾ ਆਪਸੀ ਸੰਬੰਧ ਕਿੰਨਾ ਕੁ ਗਹਿਰਾ? ਦੇਖੋ ਨੀਤੂ ਜੀ, ਕਲਾ ਜਿਹੜਾ ਦਾ ਰੂਪ ਹੈ ਇੱਕ ਸਾਹਿਤ ਜੀ, ਤੇ ਜਿਹੜਾ ਸਾਹਿਤ ਆ ਉਹ ਕਲਾ ਦਾ ਰੂਪ ਹੁੰਦਿਆਂ ਕਵਿਤਾ ਵਿੱਚ, ਕਹਾਣੀ ਵਿੱਚ, ਨਾਟਕ ਵਿੱਚ, ਗੀਤ ਵਿੱਚ, ਫਿਰ ਉਹ ਵਿਅੰਗ ਵਿੱਚ ਜੀ, ਉਹਦੇ ਵੱਖ-ਵੱਖ ਰੂਪ ਆ ਜੀ। ਤੇ ਉਹ ਜਿਹੜਾ ਕਲਾ ਦੇ ਰੂਪ ਆ, ਉਹਨਾਂ ਦੇ ਨਾਲ ਜਿਹੜਾ ਕਵੀ ਆ, ਕੋਈ ਨਾਟਕਕਾਰ ਆ, ਕੋਈ ਲੇਖਕ ਆ, ਕੋਈ ਵਿਅੰਗ ਲੇਖਕ ਆ, ਉਹ ਉਹਨਾਂ ਦੇ ਨਾਲ ਜਿਹੜੇ ਸਮਾਜ ਦੇ ਕੁਹਜ ਆ ਜਾਂ ਜਿਹੜੀਆਂ ਗੱਲਾਂ ਉਹਨੂੰ ਲੱਗਦੀਆਂ ਨਹੀਂ ਕਿ ਸਮਾਜ ਦੇ ਵਿਕਾਸ ਵਿੱਚ ਜਾਂ ਸਿਖਾਮ ਦੇ ਜਿਹੜੇ ਸੁਖਾਵਾਂ ਰੁੱਖ ਆ ਉਹਦੇ ਵਿੱਚ ਇਹ ਗੱਲਾਂ ਆਉਂਦੀਆਂ, ਰੋੜਾ ਬਣਦੀਆਂ, ਤਾਂ ਲੇਖਕ ਜਿਹੜਾ ਸਾਹਿਤਕਾਰ ਆ ਉਹਨਾਂ ਤੇ ਆਪਣਾ ਵਿਊ ਦਿੰਦਾ, ਟਿੱਪਣੀ ਕਰਦਾ। ਤੇ ਉਹ ਜਿਹੜਾ ਸਾਡੇ ਸਾਹਮਣੇ ਸਾਹਿਤ ਆਉਂਦਾ ਉਹ ਸਾਡੇ ਲਈ ਪ੍ਰੇਰਨਾ ਸਰੋਤ ਹੁੰਦਾ, ਸਾਡਾ ਮਾਰਗਦਰਸ਼ਕ ਬਣਦਾ। ਜਿਵੇਂ ਅਸੀਂ ਸਿਲੇਬਸ ਵਿੱਚ ਪੜ੍ਹਦੇ ਆ, ਉਹ 'ਚ ਕਹਾਣੀ ਵੀ ਹੁੰਦੀ ਹੈ, ਕਵਿਤਾ ਵੀ ਹੁੰਦੀ ਹੈ, ਉਹਦਾ ਹਰੇਕ ਉਹਦਾ ਜਿਹੜਾ ਲਿਖਿਆ ਹੁੰਦਾ, ਕਹਾਣੀ, ਕਵਿਤਾ, ਨਾਟਕ ਆ, ਸਿਲੇਬਸ ਵਿੱਚ ਵੀ ਲਿਖਿਆ, ਸਾਡੇ ਖੋਜ ਕਾਰਜਾਂ ਵਿੱਚ ਵੀ ਆ। ਉਹ ਸਾਰਾ ਕਲਾ ਦੇ ਉਸ ਰੂਪ ਨੂੰ ਪਰਨਾਇਆ ਹੁੰਦਾ ਕਿ ਕਲਾ ਨੇ ਲੋਕਾਂ ਦਾ, ਸਮਾਜ ਦਾ ਭਲਾ ਕਰਨਾ ਜੀ। ਬਿਲਕੁਲ। ਗੱਲ ਕਰਦੇ ਆ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਦੀਆਂ, ਕਿਉਂਕਿ ਨੈਤਿਕ ਕਦਰਾਂ ਕੀਮਤਾਂ ਅਸੀਂ ਆਪਣੇ ਸਮਾਜ ਤੋਂ, ਆਪਣੇ ਘਰ ਤੋਂ ਸਿੱਖਦੇ ਆ। ਤੇ ਜਦੋਂ ਕਲਾ ਦੀ ਗੱਲ ਕਰਦੇ ਆ, ਕਲਾ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਵੀ ਸਾਡੇ ਨਾਲ ਜੋੜਦੀ ਹੈ। ਬਿਲਕੁਲ ਜੀ। ਜਿਹੜੀ ਕਲਾ, ਹੁਣ ਜਿਹੜੀਆਂ ਸਾਡੇ ਸਮਾਜ ਵਿੱਚ ਚੰਗੀਆਂ ਗੱਲਾਂ, ਵੀ ਵੱਡਿਆਂ ਦਾ ਸਤਿਕਾਰ ਕਰਨਾ, ਹਰੇਕ ਦਾ ਸਹਿਯੋਗ ਕਰਨਾ, ਜਿਹੜੇ ਕਲਾਕਾਰ ਆ ਉਹਨਾਂ ਨੂੰ ਬਣਦਾ ਮਾਨ ਸਨਮਾਨ ਦੇਣਾ, ਜਿਹੜੀ ਸਾਡੀ ਮਾਂ ਜਾਂ ਭੈਣ ਆ ਜਾਂ ਔਰਤ ਆ ਇਸ ਧਰਤੀ ਦੀ, ਉਹਨੂੰ ਅਸੀਂ ਜਗ ਦੀ ਜਨਨੀ ਕਹਿੰਦੇ ਆ, ਉਹਦਾ ਮਾਨ ਸਨਮਾਨ ਕਰਨਾ, ਇਹ ਸਾਰੀਆਂ ਜਿਹੜੀਆਂ ਸਮਾਜ ਦੀਆਂ ਕਦਰਾਂ ਕੀਮਤਾਂ, ਉਹਨਾਂ ਨੂੰ ਸਾਹਿਤ ਪ੍ਰਭਾਵਿਤ ਕਰਦਾ ਜੀ। ਕਿਉਂਕਿ ਆਪਾਂ ਹੁਣੇ ਗੱਲ ਕੀਤੀ ਆ ਕਿ ਜਿਹੜੇ ਸਾਹਿਤਕਾਰ ਆ, ਲੇਖਕ ਆ, ਉਹ ਕੀ ਕਰਦੇ ਆ ਕਿ ਉਹਨਾਂ ਗੱਲਾਂ ਤੇ ਟਿੱਪਣੀ ਰੱਖਦੇ ਆ, ਉਂਗਲ ਰੱਖਦੇ ਆ, ਤਾਂ ਜਦੋਂ ਉਹ ਜਿਹੜੀ ਗੱਲ ਆ ਸਮਾਜ ਤੱਕ ਜਾਂਦੀ ਆ ਤਾਂ ਸਮਾਜ ਜਿਹੜਾ ਹੈਗਾ ਉਹ ਤੇ ਸੋਚਦਾ ਉਹਦੇ ਬਾਰੇ। ਜਿਵੇਂ ਆਪਾਂ ਇਹ ਉਦਾਹਰਨ ਲੈ ਸਕਦੇ ਆ ਕਿ ਸਾਡਾ ਬਹੁਤ ਵੱਡਾ ਸ਼ਾਇਰ ਆ ਸ਼ਿਵ ਕੁਮਾਰ ਬਟਾਲਵੀ, ਉਹਨੂੰ ਲੂਣਾ ਕਿਤਾਬ ਤੇ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਉਹਨੇ ਕੀ ਸਟੈਂਡ ਲਿਆ, ਮਤਲਬ ਔਰਤ ਦੇ ਹੱਕ 'ਚ ਉਹਨੇ ਇਹ ਲੂਣਾ ਲਿਖਿਆ ਜੀ, ਤੁਹਾਨੂੰ ਪੁਰਸਕਾਰ ਮਿਲਿਆ ਕਿ ਲੂਣਾ ਦਾ ਕੀ ਕਸੂਰ ਆ। ਉਹਨੇ ਸਮਾਜ ਨੂੰ ਸਵਾਲ ਕੀਤਾ ਕਿ ਤੁਸੀਂ ਲੂਣਾ ਨੂੰ ਮਾੜਾ ਕਹਿੰਦੇ ਆ, ਤੁਸੀਂ ਉਸ ਸਲਮਾਨ ਨੂੰ ਕਿਉਂ ਨਹੀਂ ਕਿਹਾ ਕਿ ਜਦੋਂ ਇੱਕ ਨੌਜਵਾਨ ਕੁੜੀ ਦਾ ਵਿਆਹ ਇੱਕ ਬੁੱਢੇ ਰਾਜੀ ਨਾਲ ਕੀਤਾ ਜਾ ਰਿਹਾ ਸੀ, ਉਹ ਤੁਸੀਂ ਨਹੀਂ ਬੋਲੇ, ਤੇ ਤੁਸੀਂ ਹੁਣ ਲੂਣਾ ਦੇ ਖਿਲਾਫ, ਔਰਤ ਦੇ ਖਿਲਾਫ ਬੋਲ ਰਹੇ ਆ। ਉਹਦੀ ਇਹ ਜਿਹੜੀ ਗੱਲ ਆ
ਮਤਲਬ ਜਿਹੜੀ ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਪ੍ਰਭਾਵਿਤ ਕਰਦੀ ਹੈ ਤੇ ਇਸੇ ਗੱਲ ਲਈ ਉਹਦੇ ਸਹੀ ਸਟੈਂਡ ਲਈ ਉਹਨੂੰ ਬਹੁਤ ਵੱਡਾ ਪੁਰਸਕਾਰ ਸਾਹਿਤ ਅਕਾਦਮੀ ਦਾ ਪ੍ਰਾਪਤ ਹੋਇਆ। ਇਸ ਲਈ ਜਿਹੜਾ ਸਾਹਿਤ ਆ ਇਹ ਸਿੱਧੇ ਰੂਪ ਵਿੱਚ ਸਾਡੀਆਂ ਕਦਰਾਂ ਕੀਮਤਾਂ ਨੂੰ ਪ੍ਰਭਾਵਿਤ ਕਰਦਾ, ਉਹਨਾਂ ਨੂੰ ਚੰਗੇ ਪਾਸੇ ਵੱਲ ਮੋੜਦਾ। ਮੈਂ ਚਾਹੁੰਦੀ ਕਿ ਸਾਨੂੰ ਉਦਾਹਰਨ ਜ਼ਰੂਰ ਦਿਓ ਕਿ ਕਿਵੇਂ ਸਾਡੇ ਜੀਵਨ ਨੂੰ ਇਹ ਪ੍ਰਭਾਵਿਤ ਕਰ ਦਿੰਦਾ ਹੈ, ਕਲਾ ਕਿਵੇਂ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ, ਸਾਹਿਤ ਸਾਡੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, ਕਿਉਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਮਹਾਨ ਸ਼ਖਸੀਅਤਾਂ ਅਸੀਂ ਕਹਿ ਸਕਦੇ ਹਾਂ, ਖਾਸ ਤੌਰ 'ਤੇ ਸਾਡੇ ਐਥਲੀਟ ਨੇ ਬਹੁਤ ਸਾਰੇ ਜਿਹੜੇ ਸਾਡੀਆਂ ਇਹੋ ਜਿਹੀਆਂ ਉਦਾਹਰਨਾਂ ਹੋ ਸਕਦੀਆਂ, ਸਾਡੇ ਗਾਇਕ ਕਲਾਕਾਰ ਬੜੇ ਨੇ ਜਿਹੜੇ ਇਹੋ ਜਿਹੀਆਂ ਉਦਾਹਰਨਾਂ ਹੋ ਸਕਦੀਆਂ ਨੇ। ਕਿਵੇਂ ਸਾਡੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦਾ? ਦੇਖੋ ਜੀ, ਜਿਹੜਾ ਸਾਹਿਤ ਆ ਉਹ ਜੀਵਨ ਲਈ ਹੁੰਦਾ। ਰਸੂਲ ਹਮਜ਼ਾ ਤੋਬ ਨੇ ਲਿਖਿਆ ਕਿ ਜਿਹੜਾ ਗੁਲਦਸਤਾ ਉਹ ਇਸ ਲਈ ਖੂਬਸੂਰਤ ਹੁੰਦਾ ਕਿ ਉਹਦੇ ਵਿੱਚ ਫੁੱਲ ਹੁੰਦੇ ਆ ਵੱਖ-ਵੱਖ ਰੰਗਾਂ ਦੇ। ਫਿਰ ਉਹ ਅੱਗੇ ਲਿਖਦਾ ਕਿ ਜਿਹੜਾ ਹੈਗਾ ਸਤਰੰਗੀ ਪੀਂਘ ਆ ਉਹਨੂੰ ਉਹ ਸਾਰਿਆਂ ਦਾ ਮਨ ਇਸ ਲਈ ਮੋਹਦੀ ਆ ਕਿ ਉਹਦੇ ਵਿੱਚ ਬਹੁਤ ਸਾਰੇ ਰੰਗ ਹੁੰਦੇ ਤੇ ਅਸਮਾਨ ਜਿਹੜਾ ਉਹ ਇਸ ਲਈ ਸੁੰਦਰ ਲੱਗਦਾ ਹੈ, ਚਮਕਦਾ, ਕੁਝ ਬਹੁਤ ਸਾਰੇ ਤਾਰੇ ਹੁੰਦੇ ਆ ਜੀ। ਇਹਦਾ ਮਤਲਬ ਕੀ ਆ ਕਿ ਜਿਹੜਾ ਸਾਹਿਤਕਾਰ ਆ, ਲੇਖਕ ਆ, ਉਹ ਦੱਸਦਾ ਕਿ ਜਿਹੜੀ ਇੱਕ ਮੁੱਠਤਾ ਜਾਂ ਇਕੱਠੇ ਰਹਿਣਾ ਜਾਂ ਏਕਤਾ ਦਾ ਰਾਹ ਜੀ ਉਹ ਚੰਗਾ ਜੀ। ਜਿਹੜਾ ਸਾਹਿਤ ਕਿਵੇਂ ਪ੍ਰਭਾਵਿਤ ਕਰਦਾ, ਇੱਕ ਬੜੀ ਇਹਦੀ ਮੁੱਲਵਾਨ ਉਦਾਹਰਨ ਮੈਂ ਬਹੁਤ ਸੰਖੇਪ ਦੱਸਣਾ ਚਾਹੂੰਗਾ ਕਿ ਗੁਰਸ਼ਰਨ ਭਾਜੀ ਨੇ ਸਿੱਖਿਆ ਬੋਰਡ ਵਿੱਚ ਇੱਕ ਨਾਟਕ ਖੇਡਿਆ ਸਮਾਜ ਜੀ, ਤੇ ਉਹਦੇ ਵਿੱਚ ਉਹਨਾਂ ਨੇ ਇੱਕ ਸਵਾਲ ਉਠਾਇਆ ਕਿ ਔਰਤ ਦਾ ਕਿੱਡਾ ਵੱਡਾ ਰੋਲ ਆ, ਤੇ ਪਰੰਤੂ ਅਸੀਂ ਸਿੱਖਿਆ ਬੋਰਡ ਦੇ ਸਰਟੀਫਿਕੇਟਾਂ ਦੇ ਉੱਤੇ ਮਾਂ ਦਾ ਨਾਂ ਲਿਖਦੇ ਨਹੀਂ, ਬਾਪ ਦਾ ਲਿਖਿਆ ਹੁੰਦਾ। ਬਿਲਕੁਲ। ਉਹਨਾਂ ਦੇ ਨਾਟਕ ਖੇਡਣ ਤੋਂ ਬਾਅਦ ਉੱਥੋਂ ਦੇ ਜਿਹੜੇ ਸਿੱਖਿਆ ਬੋਰਡ ਦੇ ਚੇਅਰਮੈਨ ਸੀ ਮਿਸਟਰ ਸ਼ੇਰਗਿੱਲ ਜੀ, ਉਹਨਾਂ ਨੇ ਕਿਹਾ ਕਿ ਗੁਰਸ਼ਰਨ ਸਿੰਘ ਜੀ ਅੱਜ ਤੋਂ ਬਾਅਦ ਸਾਰੇ ਸਰਟੀਫਿਕੇਟਾਂ ਤੇ ਜਿਹੜਾ ਔਰਤ ਦਾ ਨਾਂ ਵੀ ਹੋਇਆ ਕਰੂਗਾ ਮਾਂ ਦਾ। ਔਰ ਮੈਨੂੰ ਲੱਗਦਾ ਸ਼ਾਇਦ ਪੰਜਾਬ ਤੋਂ ਹੀ ਜਿਹੜੀ ਸ਼ੁਰੂਆਤ ਹੋਈ ਸੀ। ਹਾਂ, ਤੇ ਇਹ ਦਰਸ਼ਕਾਂ ਨੂੰ ਇਸ ਗੱਲ ਦੀ ਖੁਸ਼ੀ ਹੋਊਗੀ ਇਹ ਸੁਣ ਕੇ ਕਿ ਪੰਜਾਬ ਪਹਿਲਾ ਸੂਬਾ ਜਿਹਦੇ ਵਿੱਚ ਸਰਟੀਫਿਕੇਟਾਂ ਦੇ ਵਿੱਚ ਸਭ ਤੋਂ ਪਹਿਲਾਂ ਬਾਪ ਦੇ ਨਾਲ ਮਾਤਾ ਦਾ ਨਾਮ ਵੀ ਆਇਆ। ਇਸ ਲਈ ਜਿਹੜੇ ਸਾਡੇ ਸਾਹਿਤਕਾਰ ਆ, ਸਾਡੇ ਰੰਗਕਰਮੀ ਆ, ਸਾਡੇ ਖਿਡਾਰੀ ਆ, ਜਿਵੇਂ ਆਪਾਂ ਮਿਲਖਾ ਸਿੰਘ ਦੀ ਉਦਾਹਰਨ ਲੈਨੇ ਆ ਕਿ ਮਿਲਖਾ ਸਿੰਘ ਪਾਕਿਸਤਾਨ ਤੋਂ ਆਇਆ ਸੀ ਪਰਿਵਾਰ ਨਾਲ, ਤੇ ਉਹਨੇ ਇੱਥੇ ਆ ਕੇ ਹਾਲਾਤਾਂ 'ਚ ਇੱਥੋਂ ਤੱਕ ਪਹੁੰਚ ਕੇ ਹੁਣ ਤੱਕ ਜਿਉਂਦੇ ਕੋਰਟ ਦੇ ਵਿੱਚ ਪਿਛਲੇ ਸਾਲ ਸਾਡੇ ਤੋਂ ਚਲੇ ਗਏ ਕਿ ਉਹਨਾਂ ਨੇ ਇਹੀ ਕਿਹਾ ਕਿ ਤੁਸੀਂ ਮਿਹਨਤ ਨਾਲ ਤੁਸੀਂ ਅੱਗੇ ਵਧੋ, ਤੇ ਉਹ ਹਮੇਸ਼ਾ ਹੀ ਕਹਿੰਦੇ ਰਹੇ ਕਿ ਕੋਈ ਮੇਰਾ ਰਿਕਾਰਡ ਤੋੜੇ ਜੀ। ਮਤਲਬ ਉਹ ਆਪਦੀ ਖੇਡ ਕਲਾ ਨਾਲ ਉਹਨਾਂ ਨੇ ਸਾਰੇ ਸਮਾਜ ਨੂੰ, ਸਾਰੇ ਖਿਡਾਰੀਆਂ ਨੂੰ ਸੁਨੇਹਾ ਦਿੱਤਾ। ਇਵੇਂ ਸਾਡੇ ਕਵੀ ਆ ਜਿਹੜੇ, ਹੁਣ ਸਾਡਾ ਕਵੀ ਆ ਪਾਸ਼, ਹੁਣ ਪਾਸ਼ ਨੇ ਲਿਖਿਆ ਕਿ ਹੱਥ ਤਾਂ ਹੁੰਦੇ ਨੇ ਸਹਾਰਾ ਦੇਣ ਲਈ, ਹੱਥ ਤਾਂ ਹੁੰਦੇ ਨੇ ਹੰਗਾਰਾ ਦੇਣ ਲਈ, ਜਿਹੜੇ ਹੱਥਾਂ ਦੇ ਸੋਝ ਦਾ ਅਪਮਾਨ ਕਰਦੇ ਨੇ ਉਹ ਪਿੰਗਲੇ ਹੁੰਦੇ ਨੇ, ਕਿ ਮਨੁੱਖ ਨੂੰ ਕਿਰਤ ਕਰਨੀ ਚਾਹੀਦੀ ਹੈ। ਬਿਲਕੁਲ। ਤੇ ਉਹਨਾਂ ਹੱਥਾਂ ਦਾ ਜਿਹੜਾ ਅਪਮਾਨ ਆ ਉਹ ਨਹੀਂ ਕਰਨਾ ਚਾਹੀਦੇ, ਹੱਥਾਂ ਦਾ ਸੋਝ ਆ, ਇਹ ਹੱਥਾਂ ਦੀ ਖੂਬਸੂਰਤੀ ਆ। ਇਸ ਲਈ ਇਹ ਸਾਰੀਆਂ ਗੱਲਾਂ, ਜਿਹੜਾ ਸਾਡਾ ਕਲਾ ਜਿਹੜੀ ਆ ਉਹ ਸਾਡੀ ਜ਼ਿੰਦਗੀ ਦਾ ਸਰਮਾਇਆ ਤੇ ਸਾਡੇ ਸਮਾਜ ਦਾ ਵੀ ਸਰਮਾਇਆ, ਇਹਨੂੰ ਸਾਂਭ ਕੇ ਰੱਖਣ ਦੀ ਲੋੜ ਆ ਤਾਂ ਕਿ ਕਲਾ ਨਾਲ ਅਸੀਂ ਜਿਹੜਾ ਕਲਾ ਦਾ ਉਦੇਸ਼ ਆ ਉਹਨੂੰ ਪੂਰਾ ਕਰਨ ਵਿੱਚ ਇੱਕ ਆਮ ਨਾਗਰਿਕ ਦੇ ਤੌਰ ਤੇ, ਇੱਕ ਕਲਾਕਾਰ ਦੇ ਤੌਰ ਤੇ ਅਸੀਂ ਆਪਣਾ ਹਿੱਸਾ ਪਾ ਸਕੀਏ। ਜ਼ਿੰਦਗੀ ਨਾ ਬੜੀ ਦੌੜ ਭੱਜ ਦੀ ਬਣਦੀ ਜਾ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਇੰਜੀਨੀਅਰ ਬਣ ਜਾਣ, ਸਾਡੇ ਬੱਚੇ ਡਾਕਟਰ ਬਣ ਜਾਣ, ਵਕੀਲ ਬਣ ਜਾਣ, ਉੱਚੇ ਅਹੁਦਿਆਂ ਤੇ ਪਹੁੰਚ ਜਾਣ। ਕੋਈ ਇਹ ਨਹੀਂ ਕਹਿੰਦਾ ਕਿ ਮੇਰਾ ਬੱਚਾ ਕਲਾਕਾਰ ਬਣ ਜਾਵੇ। ਗੱਲ ਚੱਲਦੀ ਹੈ ਕਿ ਜਦੋਂ ਅਸੀਂ ਮਸ਼ੀਨਾਂ ਤਾਂ ਬਣਾ ਲਈਆਂ ਅਸੀਂ ਆਪਣੇ ਬੱਚਿਆਂ ਨੂੰ, ਪਰ ਅਸੀਂ ਉਹਨਾਂ ਨੂੰ ਕਲਾਕਾਰ ਨਹੀਂ ਬਣਾਇਆ। ਜੇ ਇੱਕ ਬੱਚੇ ਦੀ ਵਿੱਚ ਕਲਾ ਹੈ, ਉਹ ਇੰਜੀਨੀਅਰ ਹੈ ਜਾਂ ਉਹ ਡਾਕਟਰ ਹੈ, ਉਹ ਆਪਣੀ ਕਲਾ ਨੂੰ ਕਿਵੇਂ ਉਭਾਰ ਕੇ ਸਾਹਮਣੇ ਲੈ ਕੇ ਆਵੇ ਤਾਂ ਕਿ ਇੰਜੀਨੀਅਰ ਡਾਕਟਰ ਤਾਂ ਉਹ ਹੈਗਾ ਹੀ ਹੈਗਾ, ਪਰ ਸਾਡੀ ਜਿਹੜੀ ਕਲਾ ਹੈ, ਸਾਡੇ ਆਪਣੇ ਸਮਾਜ ਦੀ ਜਿਹੜੀ ਕਲਾ ਹੈ, ਸਾਡੇ ਪੰਜਾਬ ਦੀ ਕਲਾ, ਉਹਨੂੰ ਜਿਉਂਦਾ ਵੀ ਰੱਖਿਆ ਜਾ ਸਕੇ। ਦੇਖੋ ਜੀ, ਹੁਣ ਆਪਾਂ ਸਫ਼ਰ ਕਰਕੇ ਪੁਲਾਂ ਤੋਂ ਲੰਘ ਕੇ ਆਏ ਆ ਧੁੰਦ ਦੇ ਵਿੱਚ। ਬਿਲਕੁਲ। ਉਹ ਪੁਲ ਜਿਹਨਾਂ ਨੇ ਬਣਾਏ ਆ, ਹੁਣ ਅਸੀਂ ਤੇ ਬੈਠੇ ਆਪਸ ਵਿੱਚ ਗੱਲ ਕਰ ਰਹੇ ਆ, ਜਿਹੜਾ ਇੰਟਰਨੈਟ ਆ ਉਹ ਵੀ ਕਿਸੇ ਕਲਾਕਾਰ ਮਨ ਦੀ ਉਪਜ ਆ। ਬਿਲਕੁਲ। ਇਵੇਂ ਹੀ ਜਿਹੜੇ ਸਾਡੇ ਡਾਕਟਰ ਆ, ਕਿਉਂਕਿ ਹਰੇਕ ਵਿਅਕਤੀ ਚਾਹੁੰਦਾ ਕਿ ਉਹ ਸਮਾਜ ਵਿੱਚ ਮਾਣ ਸਨਮਾਨ, ਉੱਚਾ ਸਥਾਨ ਹਾਸਲ ਕਰੇ। ਬਿਲਕੁਲ ਜੀ। ਪਰ ਉਹ ਹਾਸਲ ਕਰਨ ਵਿੱਚ ਕਲਾ ਦਾ ਇੱਕ ਰੋਲ ਹੁੰਦਾ ਜਿਹੜੀ ਕਿ ਸਾਨੂੰ ਨਜ਼ਰ ਨਹੀਂ ਆਉਂਦੀ ਜੀ। ਹੁਣ ਜੇਕਰ ਅਸੀਂ ਡਾਕਟਰ ਬਣੇ ਆ ਤਾਂ ਸਾਨੂੰ ਕਿਸੇ ਅਧਿਆਪਕ ਨੇ ਪੜ੍ਹਾਇਆ ਹੋਊਗਾ, ਅਧਿਆਪਨ ਵੀ ਇੱਕ ਕਲਾ। ਬਿਲਕੁਲ। ਜੇਕਰ ਅਸੀਂ ਇੱਥੇ ਆਪਣੀ ਗੱਲ ਨਾਲ ਕਿਸੇ ਨੂੰ ਪ੍ਰਭਾਵਿਤ ਕਰਦੇ ਆ ਤਾਂ ਇਹ ਵੀ ਇੱਕ ਕਲਾ ਜੀ। ਤੇ ਜਦੋਂ ਕੋਈ ਡਾਕਟਰ ਆ, ਕੋਈ ਵਕੀਲ ਆ, ਕੋਈ ਅਧਿਆਪਕ ਆ ਜੀ, ਉਹ ਰੁਜ਼ਗਾਰ ਤੇ ਲੱਗਿਆ, ਉਹਦੀ ਜ਼ਿੰਦਗੀ ਸੌਖੀ ਆ, ਤਾਂ ਉਹਨੂੰ ਇਸ ਗੱਲ ਤੇ ਇੱਥੇ ਨਹੀਂ ਮੁਕਾ ਦੇਣੀ ਚਾਹੀਦੀ। ਉਹਨੂੰ ਚਾਹੀਦਾ ਇਹ ਆ ਕਿ ਉਹ ਜਿੱਥੇ ਕੰਮ ਕਰਦਾ ਜੀ, ਕੀ ਉਹਦੇ ਨਾਲ ਵਫਾ ਕਰ ਰਿਹਾ, ਉਹਦਾ ਕੰਮ ਕੀ ਆ ਕਿ ਆਪਣੀ ਕਲਾ ਨਾਲ, ਆਪਣੇ ਕੰਮ ਨਾਲ, ਉਹਦਾ ਕੰਮ ਕਰਨਾ ਉਹਦਾ ਧਰਮ ਆ ਜੀ, ਉਹਦੀ ਕਲਾ, ਉਹਦੇ ਨਾਲ ਵਫਾ ਨਿਭਾਵੇ ਤੇ ਆਪਣਾ ਕੰਮ ਕਰਦਿਆਂ ਜੇਕਰ ਉਸ ਜਿਉਣ ਕਲਾ ਨਾਲ, ਆਪਣੇ ਹੱਥ ਦੀ ਕਲਾ ਨਾਲ
ਉਹ ਕਿਸੇ ਦਾ ਜੀਵਨ ਬਦਲ ਸਕਦਾ ਜੀ, ਜਾਂ ਕਿਸੇ ਨੂੰ ਲਾਭ ਪਹੁੰਚਾ ਸਕਦਾ, ਜਾਂ ਉਹ ਉਸ ਥਾਂ ਤੇ ਕੋਈ ਖੂਬਸੂਰਤੀ ਲਈ ਉੱਥੇ ਸਿਖਾਵੇਂ ਰੁੱਖ ਲਈ ਕੁਛ ਕਰ ਸਕਦਾ ਤੇ ਉਹਨੂੰ ਜ਼ਰੂਰ ਕਰਨਾ ਚਾਹੀਦਾ। ਕਿਉਂਕਿ ਜੇ ਉਹ ਡਾਕਟਰ, ਵਕੀਲ, ਅਧਿਆਪਕ ਹੋਊਗਾ ਉਹਦਾ ਇੱਕ ਮਾਣ ਸਨਮਾਨ ਹੋਊਗਾ। ਜੇਕਰ ਉਹ ਕਲਾਕਾਰ ਵੀ ਹੋਊਗਾ ਉਹਦੇ ਮਨ ਚ ਅੰਦਰ, ਕਿਉਂਕਿ ਹਰੇਕ ਬੰਦੇ ਦੇ ਕਲਾਕਾਰ, ਹਰੇਕ ਮਨੁੱਖ ਦੇ ਅੰਦਰ ਇੱਕ ਕਲਾਕਾਰ ਜਿਉਂਦਾ ਹੁੰਦਾ ਜੀ ਜੀ, ਉਹ ਕਲਾਕਾਰ ਜਿਹੜਾ ਹੁੰਦਾ ਉਹ ਉਹਦੇ ਕੰਮ ਨੂੰ ਵਧੀਆ ਢੰਗ ਨਾਲ ਬਣਾ ਕੇ ਪੇਸ਼ ਕਰਦਾ। ਇਸ ਲਈ ਇਸ ਗੱਲ ਦੀ ਲੋੜ ਆ ਕਿ ਅਸੀਂ ਆਪਣੇ ਕਲਾਕਾਰ ਨੂੰ ਵੀ ਜਿਉਂਦਾ ਰੱਖੀਏ। ਤੁਸੀਂ ਨਾ ਪਹਿਲਾਂ ਜ਼ਿਕਰ ਕੀਤਾ ਸੀਗਾ ਇੱਕ ਕਿ ਸਾਡੇ ਬੱਚੇ ਜਿਹੜੇ ਨੇ, ਮਾਂ-ਬਾਪ ਕਈ ਵਾਰੀ ਮਤਲਬ ਇੰਜੀਨੀਅਰ ਹੁੰਦੇ ਆ ਤਾਂ ਬੱਚੇ ਵੀ ਅੱਗੇ ਇੰਜੀਨੀਅਰ ਬਣ ਜਾਂਦੇ, ਮਾਂ-ਬਾਪ ਕਦੀ ਡਾਕਟਰ ਹੁੰਦੇ ਆ ਤਾਂ ਬੱਚੇ ਵੀ ਅੱਗੇ ਡਾਕਟਰ ਬਣ ਜਾਂਦੇ, ਮਤਲਬ ਉਸ ਰੀਤ ਚੱਲਦੀ ਆਉਂਦੀ ਹੈ ਨਾ। ਕਈ ਵਾਰੀ ਇੱਦਾਂ ਵੀ ਤਾਂ ਹੁੰਦਾ ਕਿ ਬੱਚਾ ਕਲਾਕਾਰ ਬਣਨਾ ਚਾਹੁੰਦਾ, ਪੇਂਟਰ ਬਣਨਾ ਚਾਹੁੰਦਾ, ਜੇ ਮੈਂ ਗੱਲ ਕਰਾਂ, ਜਾਂ ਗਾਇਕ ਬਣਨਾ ਚਾਹੁੰਦਾ, ਮਾਂ-ਬਾਪ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਜੇ ਮਾਂ-ਬਾਪ ਡਾਕਟਰ ਨੇ ਜਾਂ ਮਾਂ-ਬਾਪ ਇੰਜੀਨੀਅਰ ਨੇ, ਕਿ ਆਪਣੇ ਬੱਚੇ ਨੂੰ ਉਸੇ ਸੇਧ ਤੇ ਤੋਰਨ ਜਿੱਥੇ ਆਪ ਜਾ ਰਹੇ ਨੇ, ਜਾਂ ਜੇ ਬੱਚਾ ਇੰਜੀਨੀਅਰ ਡਾਕਟਰ ਦੀ ਬਜਾਏ ਕਲਾਕਾਰ ਬਣਨਾ ਚਾਹੁੰਦਾ ਹੈ, ਭਾਵ ਕਿ ਜੇ ਉਹ ਇੱਕ ਪੇਂਟਰ ਬਣਨਾ ਚਾਹੁੰਦਾ ਹੈ ਜਾਂ ਗਾਇਕ ਬਣਨਾ ਚਾਹੁੰਦਾ, ਉਸ ਨੂੰ ਉਸ ਵੱਲ ਪ੍ਰੇਰਿਆ ਜਾਵੇ। ਦੇਖੋ ਨੀਤੂ ਜੀ, ਦੁਨੀਆ ਦਾ ਇੱਕ ਬਹੁਤ ਮਹਾਨ ਸਿੱਖਿਆ ਸ਼ਾਸਤਰੀ ਹੋਇਆ ਜੀ, ਉਹਦਾ ਨਾਮ ਹੈ ਸੁਖਮੋਨ ਲਿੰਸਕੀ ਜੀ। ਉਹਦੀ ਕਿਤਾਬ ਹੈ ਮੈਂ ਬੱਚਿਆਂ ਨੂੰ ਦਿਲ ਦਿਆਂ ਆਪਣਾ ਮੈਂ। ਉਹ ਕਹਿੰਦਾ ਕਿ ਬੱਚਿਆਂ ਤੋਂ ਤੁਸੀਂ ਜੋ ਵੀ ਕਰਾਉਣਾ ਉਹ ਪ੍ਰੇਮ ਨਾ ਕਰਾਉਣਾ ਜੀ, ਉਹ ਤੋਂ ਪ੍ਰੇਰਨਾ ਨਾ ਕਰਾਉਣਾ ਜੀ। ਹੁਣ ਜਿਵੇਂ ਸਾਡੇ ਮਾਂ-ਬਾਪ ਬਹੁਤ ਸਾਰੇ ਚਾਹੁੰਦੇ ਆ ਕਿ ਸਾਡੇ ਡਾਕਟਰ, ਵਕੀਲ ਬਣ ਜਾਣ, ਤੇ ਬਹੁਤ ਸਾਰੇ ਚਾਹੁੰਦੇ ਆ ਕਿ ਇਸ ਧਰਤੀ ਤੋਂ ਉਡਾਰੀ ਮਾਰ ਕੇ ਵਿਦੇਸ਼ ਚਲੇ ਜਾਣ, ਕਿਉਂਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਸੁਪਨਾ ਕਿ ਇਹਨਾਂ ਕੋਲੇ ਸਰਮਾਇਆ ਹੋਊਗਾ, ਇਹਨਾਂ ਦੀ ਜ਼ਿੰਦਗੀ ਬਹੁਤ ਚੰਗੀ ਹੋਊਗੀ। ਪਰ ਇਹ ਸਾਡੇ ਸਮਾਜ ਦੀ ਇੱਕ ਰਵਾਇਤ ਆ ਜਾਂ ਸਾਡੀ ਇੱਕ ਧਾਰਨਾ ਬਣ ਗਈ, ਜਿਹੜੀ ਕੋਈ ਕਲਾਕਾਰ ਭਾਵੇਂ ਗਰੀਬ ਵੀ ਹੋਵੇ, ਪਰ ਜੇਕਰ ਜਿਹੜਾ ਉਹਨੂੰ ਸਮਾਜ ਚੋਂ ਮਾਨ ਸਨਮਾਨ ਮਿਲਦਾ, ਜਿਹੜੀ ਇੱਜ਼ਤ ਮਿਲਦੀ ਆ, ਉਹ ਸਰਮਾਏ ਵਾਲੇ ਬੰਦੇ ਨੂੰ ਹੋ ਸਕਦਾ ਨਾ ਮਿਲਦੀ ਹੋਵੇ। ਇਸ ਲਈ ਜਦੋਂ ਜਿਹੜੇ ਮਾਪੇ ਆ ਉਹਨਾਂ ਨੂੰ ਬੱਚਿਆਂ ਨੂੰ ਪ੍ਰੇਰਿਤ ਕਰਨ ਦਾ ਹੱਕ ਜ਼ਰੂਰ ਆ। ਉਹ ਸਾਡੇ ਮਾਂ-ਬਾਪ ਆ, ਉਹ ਕਹਿਣ ਬੱਚੇ ਨੂੰ ਕਿ ਬੇਟਾ ਤੂੰ ਇੰਜੀਨੀਅਰ ਬਣ, ਵਕੀਲ ਬਣ, ਪਰ ਉਹਨੂੰ ਜ਼ਬਰਦਸਤੀ, ਉਹਨੂੰ ਦਬਾ ਕੇ, ਉਹਨੂੰ ਮਜਬੂਰ ਕਰਕੇ ਨਹੀਂ ਬਣਾਉਣਾ ਚਾਹੀਦਾ। ਜੇਕਰ ਤੁਸੀਂ ਉਹਨੂੰ ਪ੍ਰੇਰਨਾ ਦੀ ਬਜਾਏ ਦਬਾਓਗੇ ਤਾਂ ਉਹ ਠੀਕ ਆ, ਬਣ ਜਾਊਗਾ, ਪਰੰਤੂ ਉਹਦਾ ਜਿਹੜਾ ਕਲਾਕਾਰ ਅੰਦਰ ਬੈਠਾ, ਜਿਹਨੇ ਸਿਰਜਣਾ ਕਰਨੀ ਆ, ਜਿਹਨੇ ਅੱਗੇ ਜ਼ਿੰਦਗੀ ਵਿੱਚ ਹੋਰ ਸਾਰੇ ਕਲਾਕਾਰ ਪੈਦਾ ਕਰਨੇ ਆ, ਉਹ ਕਲਾਕਾਰ ਨਹੀਂ ਬਣ ਸਕਦਾ। ਤੇ ਠੀਕ ਆ, ਉਹਨਾਂ ਦੇ ਕਹਿਣ ਅਨੁਸਾਰ ਬਣ ਜਾਊਗਾ। ਇਸ ਲਈ ਮਾਂ-ਬਾਪ ਨੂੰ ਇਹ ਚਾਹੀਦਾ ਕਿ ਉਹ ਬੱਚੇ ਦੀਆਂ ਭਾਵਨਾਵਾਂ, ਉਹਦੇ ਸੁਪਨਿਆਂ ਦਾ, ਉਹਦੇ ਸੋਹਜ ਦਾ, ਉਹਦੀ ਮਨ ਦੀ ਖੂਬਸੂਰਤੀ ਦਾ, ਉਹਦੀ ਉੱਛਾ ਦਾ ਵੀ ਉਨਾ ਹੀ ਸਤਿਕਾਰ ਕਰਨ ਜਿੰਨਾ ਉਹ ਬੱਚੇ ਤੋਂ ਆਸ ਰੱਖਦੇ ਆ ਕਿ ਸਾਡੀ ਗੱਲ ਮੰਨੇ ਜੀ। ਇੱਕ ਨਾ ਬੜੀ ਸੋਹਣੀ ਫਿਲਮ ਆਈ ਸੀ 3 Idiot, ਸ਼ਾਇਦ ਤੁਸੀਂ ਵੀ ਵੇਖੀ ਹੋਵੇ। ਉਹਦੇ ਵਿੱਚ ਨਾ ਗੱਲ ਕਰਦਾ ਵਾ ਜਿਹੜਾ ਨਾਇਕ ਹੁੰਦਾ ਵਾ ਕਿ ਅੱਜ ਕੱਲ੍ਹ ਮਾਂ-ਬਾਪ ਜਿਹੜੇ ਨੇ ਨਾ, ਉਹ ਆਪਣੇ ਬੱਚਿਆਂ ਨੂੰ ਮਸ਼ੀਨਾਂ ਬਣਾ ਰਹੇ ਨੇ, ਇੰਜੀਨੀਅਰ ਬਣਾ ਰਹੇ ਨੇ, ਪਰ ਉਹਨਾਂ ਨੂੰ ਇੱਕ ਚੰਗੇ ਸੰਸਕਾਰ ਨਹੀਂ ਦੇ ਰਹੇ। ਉਹਦਾ ਇੱਕ ਦੋਸਤ ਹੁੰਦਾ ਜਿਹੜਾ ਕਿ ਇੱਕ ਬੜਾ ਵਧੀਆ ਫੋਟੋਗ੍ਰਾਫਰ ਹੁੰਦਾ, ਪਰ ਉਹਦੇ ਮਾਂ-ਬਾਪ ਕਹਿੰਦੇ ਆ ਕਿ ਤੂੰ ਇੰਜੀਨੀਅਰ ਬਣ। ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਆ ਕੇ ਅਸੀਂ ਆਪਣੇ ਬੱਚਿਆਂ ਦੇ ਉੱਤੇ ਥੋਪਦੇ ਹਾਂ ਹਰੇਕ ਚੀਜ਼ ਨੂੰ ਕਿ ਤੂੰ ਇਹ ਬਣ ਜਾਂ ਉਹ ਬਣ, ਪਰ ਤੂੰ ਕਲਾਕਾਰ ਨਾ ਬਣ। ਕੀ ਲੱਗਦਾ ਤੁਹਾਨੂੰ? ਦੇਖੋ ਜੀ, ਬਿਲਕੁਲ ਜਿਹੜੇ ਸਾਡੇ ਮਾਂ-ਬਾਪ ਆ, ਹਰੇਕ ਮਾਂ-ਬਾਪ ਆਪਦੀ ਇੱਛਾ, ਜੋ ਮਾਂ-ਬਾਪ ਆਪ ਨਹੀਂ ਬਣ ਸਕਿਆ ਜੀ, ਜੋ ਬਣਨਾ ਚਾਹੁੰਦਾ ਸੀ, ਤਾਂ ਉਹ ਆਪਦੀ ਜਿਹੜੀ ਇੱਛਾ ਉਹ ਬੱਚੇ ਦੇ ਰਾਹੀਂ ਵੇਖਦਾ ਕਿ ਮੈਂ ਤਾਂ ਬਣ ਨਹੀਂ ਸਕਿਆ, ਇਹਨੂੰ ਬਣੇ। ਬਿਲਕੁਲ, ਬੱਚਾ ਉਸ ਗੱਲ ਲਈ ਤਿਆਰ ਨਹੀਂ ਹੁੰਦਾ, ਫਿਰ ਉਹ ਬੱਚੇ ਨੂੰ ਮਜਬੂਰ ਕਰਦੇ ਆ ਜੀ, ਤੇ ਫਿਰ ਬਹੁਤ ਸਾਰੇ ਸਮਾਜ ਵਿੱਚ ਸੰਕਟ ਪੈਦਾ ਹੁੰਦੇ ਆ ਜੀ। ਹੁਣ ਮਾਪਿਆਂ ਨੂੰ ਅਕਸਰ ਹੀ ਸ਼ਿਕਾਇਤ ਆ ਕਿ ਸਾਡੇ ਬੱਚੇ ਤਾਂ ਸਾਡੇ ਅੱਖ ਹੀ ਨਹੀਂ ਲੱਗਦੇ, ਸਾਡਾ ਕਹਿਣਾ ਨਹੀਂ ਮੰਨਦੇ। ਕਿਉਂ ਨਹੀਂ ਮੰਨਦੇ? ਮਾਪਿਆਂ ਨੇ ਕਦੇ ਸੋਚਿਆ ਨਹੀਂ, ਕਿਉਂਕਿ ਉਹ ਸਾਹਿਤ ਤੋਂ ਦੂਰ ਆ। ਬਹੁਤ ਸਾਰੇ ਮਾਪੇ ਕਲਾ ਤੋਂ ਦੂਰ ਆ। ਉਹਨਾਂ ਨੂੰ ਇਹ ਵੀ ਗੱਲ ਜਾਣਨੀ ਚਾਹੀਦੀ ਹੈ ਕਿ ਅਸੀਂ ਕਲਾ ਨਾਲ, ਜੇਕਰ ਅਸੀਂ ਕਿਸੇ, ਸਾਡਾ ਕਲਾਕਾਰ ਜਿਉਂਦਾ, ਅਸੀਂ ਕਿਸੇ ਵੀ ਕਲਾਕਾਰ ਨਾਲ ਜੁੜੇ ਆ, ਤਾਂ ਜਿਹੜੀ ਕਲਾ ਉਹ ਮਨ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦੀ ਹੈ, ਤੇ ਬੱਚਾ ਜੋ ਵੀ ਬੋਲਦਾ, ਜੋ ਸਾਡੇ ਨਾਲ ਵਿਹਾਰ ਕਰਦਾ, ਇਹ ਭਾਵਨਾ ਨੂੰ ਜੇਕਰ ਅਸੀਂ ਕਲਾਕਾਰ ਆ ਤਾਂ ਸਹਿਜੇ ਹੀ ਪੜ੍ਹ ਸਕਦੇ ਹਾਂ। ਇਸ ਲਈ ਸਾਡੇ ਮਾਪਿਆਂ ਨੂੰ ਇਸ ਗੱਲ ਦੇ ਸਮਰੱਥ ਹੋਣਾ ਚਾਹੀਦਾ ਕਿ ਅਸੀਂ ਆਪਦੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝੀਏ। ਤੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੇਕਰ ਅਸੀਂ ਕੋਈ ਵਕੀਲ, ਡਾਕਟਰ ਆ, ਫੇਰ ਹੀ ਸਾਡਾ ਬਹੁਤ ਇੱਜ਼ਤ ਮਾਣ ਆ। ਸਾਡਾ ਇੱਜ਼ਤ ਮਾਣ ਸਾਡੀ ਕਲਾ ਨੇ ਕਰਾਉਣਾ, ਤੇ ਅਸੀਂ ਜੇਕਰ ਕਲਾ ਨੂੰ ਜਿਉਂਦਾ ਰੱਖਣਾ ਚਾਹੁੰਦੇ ਆ ਤਾਂ ਸਾਨੂੰ ਇਹਨਾਂ ਗੱਲਾਂ ਦਾ ਵੀ ਖਿਆਲ ਰੱਖਣਾ ਚਾਹੀਦਾ। ਇੱਕ ਨਾ ਕਲਾਕਾਰੀ ਦਾ ਦੂਸਰਾ ਪੱਖ ਵੀ ਹੈਗਾ, ਉਹ ਇਹ ਹੈ ਕਿ ਕਿਸੇ ਵੇਲੇ ਕਈਆਂ ਦੀ ਕਲਾ ਦਾ ਮੁੱਲ ਨਹੀਂ ਪੈਂਦਾ। ਇੱਕ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਸਾਡੇ ਆਪਣੇ ਕੀ ਫਰਜ਼ ਬਣਦੇ ਨੇ ਕਿ ਅਸੀਂ ਆਪਣੇ ਉਸ ਕਲਾਕਾਰ ਦੀ ਜਾਂ ਉਹਦੀ ਕਲਾ ਦੀ ਜਿਹੜੀ ਹੈ ਉਹਦਾ ਬਣਦਾ ਮਾਨ ਸਨਮਾਨ ਉਹਨੂੰ ਦਈਏ। ਦੇਖੋ ਨੀਤੂ ਜੀ, ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ, ਇੱਕ ਅਧਿਆਪਕ ਹੋਣ ਦੇ ਨਾਤੇ, ਹਰੇਕ ਵਿਅਕਤੀ ਦਾ ਇਹ ਫਰਜ਼ ਆ ਕਿ
ਕਿਸੇ ਵੀ ਕਲਾ ਨਾਲ ਕਲਾਕਾਰ ਕੰਮ ਕਰਦਾ ਕੋਈ, ਕਿਉਂਕਿ ਜਿਹੜੀ ਕਲਾ ਦੇਸ਼ ਦੀ ਜਾਂ ਉਸ ਖਿੱਤੇ ਦੀ ਪਛਾਣ ਉਸ ਕਲਾਕਾਰ ਤੋਂ ਹੁੰਦੀ ਹੈ। ਬਿਲਕੁਲ। ਹੁਣ ਮੈਂ ਰਸੂਲ ਹਮਜ਼ਾ ਤੋਪ ਦਾ ਨਾਂ ਲਿਖਿਆ, ਉਹ ਰੂਸ ਦਾ ਬਹੁਤ ਵੱਡਾ ਲੇਖਕ ਆ ਜੀ, ਤੇ ਜੇਕਰ ਸਾਡਾ ਪਾਸ਼ ਆ ਜਾਂ ਸਾਡਾ ਗੁਰਦਿਆਲ ਸਿੰਘ ਆ, ਸਾਡੇ ਪਦਮ ਸ਼੍ਰੀ ਨਾਵਲਕਾਰ ਸਰਜੀਤ ਪਾਤਰ ਜੀ ਆ ਜੀ, ਇਹਨਾਂ ਦਾ ਜਿਹੜਾ ਸਾਹਿਤ ਹੈ ਕੁੱਲ ਦੁਨੀਆ ਵਿੱਚ ਅਨੁਵਾਦ ਹੋ ਕੇ ਉੱਥੇ ਪਹੁੰਚ ਗਿਆ। ਇਹਦਾ ਮਤਲਬ ਇਹਨਾਂ ਸਾਡੇ ਸ਼ਾਇਰਾਂ ਨੇ, ਕਵੀਆਂ ਨੇ ਪੰਜਾਬ ਦੀ ਧਰਤੀ ਦਾ ਇਸ ਪੰਜਾਂ ਪਾਣੀਆਂ ਦਾ ਨਾਂ ਵੀ ਉੱਚਾ ਕੀਤਾ। ਇਸ ਲਈ ਜਦੋਂ ਸਾਡਾ ਨਾਂ ਉੱਚਾ ਕਰਦੇ ਆ, ਸਾਡੇ ਮਾਣ ਸਨਮਾਨ 'ਚ ਵਾਧਾ ਕਰਦੇ ਆ, ਤਾਂ ਸਾਡੀ ਵੀ ਕੋਈ ਜ਼ਿੰਮੇਵਾਰੀ ਹੈ ਜੀ ਕਿ ਅਸੀਂ ਉਹਨਾਂ ਦਾ ਸਤਿਕਾਰ ਕਰੀਏ, ਮਦਦ ਕਰਨ ਤੇ ਅੱਗੇ ਆਈਏ। ਕਿਉਂਕਿ ਜਿਹੜੇ ਪੱਛਮ ਦੇ ਲੋਕ ਆ, ਜਿਹੜੇ ਉਹਨਾਂ ਦੇ ਲੇਖਕ ਤੁਰ ਗਏ, ਜਿਹੜੇ ਜਿਵੇਂ ਸ਼ੇਕਸਪੀਅਰ ਜੀ ਆ, ਉਹਨਾਂ ਨੇ ਉਹਦਾ ਘਰ ਅਜਾਇਬ ਘਰ ਬਣਾਇਆ ਹੋਇਆ, ਉਹ ਆਪਦੇ ਲੇਖਕਾਂ ਦਾ, ਆਪਦੇ ਕਲਾਕਾਰਾਂ ਦਾ ਬਹੁਤ ਸਤਿਕਾਰ ਕਰਦੇ ਆ। ਸਾਨੂੰ ਵੀ ਉਹਨਾਂ ਤੋਂ ਇਹ ਗੱਲ ਸਿੱਖਣੀ ਚਾਹੀਦੀ ਆ ਕਿ ਜਿਹੜੇ ਕਲਾਕਾਰ ਆ ਉਹ ਸਾਡੇ ਹੀ ਆ, ਸਾਡੇ ਲਿਖਦੇ ਆ, ਸਾਡਾ ਸਮਾਜ ਦਾ, ਸਾਡੀ ਧਰਤੀ ਦਾ ਨਾਂ ਰੌਸ਼ਨ ਕਰਦੇ ਆ। ਅਸੀਂ ਉਹਨਾਂ ਦਾ ਸਹਿਯੋਗ ਕਰੀਏ, ਉਹਨਾਂ ਨੂੰ ਕਿਸੇ ਢੰਗ ਨਾਲ ਵੀ ਸਹਿਯੋਗ ਕਰੀਏ, ਤੇ ਉਹਨਾਂ ਦਾ ਸਹਿਯੋਗ ਕਰਨਾ ਆਪਣੇ ਆਪ ਦਾ ਤੇ ਇਸ ਧਰਤੀ ਦੇ ਸੁਪਨਿਆਂ ਦਾ ਸਹਿਯੋਗ ਕਰਨਾ। ਕਈ ਵਾਰੀ ਕੀ ਹੁੰਦਾ ਕਿ ਬੰਦੇ ਨੂੰ ਪਤਾ ਹੀ ਨਹੀਂ ਚੱਲਦਾ ਕਿ ਮੇਰੇ ਅੰਦਰ ਕਿਹੜੀ ਕਲਾ ਹੈ, ਹਨਾ, ਕਿਉਂਕਿ ਉਹ ਇੱਧਰ ਵੀ ਜਾਂਦਾ ਹੈ, ਉੱਧਰ ਵੀ ਜਾਂਦਾ ਹੈ, ਸਾਰੇ ਪਾਸੇ ਘੁੰਮਦਾ। ਇੱਕ ਬੰਦਾ ਆਪਣੀ ਕਲਾ ਨੂੰ ਅੰਦਰੋਂ ਕਿਵੇਂ ਪਛਾਣ ਸਕਦਾ ਹੈ ਕਿ ਹਾਂ ਮੈਂ ਇੱਧਰ ਜਿਹੜਾ ਵਾ ਮੈਂ ਪਰਫੈਕਟ ਹਾਂ, ਮੈਂ ਇਹ ਕਰਾਂ ਤੇ ਮੈਂ ਇੱਧਰ ਕਾਮਯਾਬ ਹੋ ਸਕਦਾ? ਕਿਵੇਂ ਆਪਣੀ ਕਲਾ ਨੂੰ ਇੱਕ ਬੱਚਾ ਜਾਂ ਇੱਕ ਬੰਦਾ ਪਰਖ ਸਕਦਾ ਹੈ? ਦੇਖੋ, ਅਸੀਂ ਜਿੱਥੇ ਵੀ ਰਹਿੰਦੇ ਹਾਂ, ਉਹ ਜਿਹੜਾ ਮਾਹੌਲ ਆ ਉਹ ਸਾਨੂੰ ਕਲਾਕਾਰ ਜਾਂ ਕਲਾਕਾਰੀ ਵੱਲ ਜਾਂ ਕਿਸੇ ਗੱਲ ਲਈ ਪ੍ਰੇਰਿਤ ਕਰਦਾ। ਮੰਨ ਲਓ ਅਸੀਂ ਖੇਡ ਵੇਖਦੇ ਹਾਂ ਕੋਈ, ਜਿਵੇਂ ਕ੍ਰਿਕਟ ਬਹੁਤ ਵੇਖਦੇ ਆ ਤੇ ਸਾਡੇ ਗਲੀਆਂ ਮਹੱਲਿਆਂ 'ਚ ਉਹ ਬੱਚੇ ਬੈਟ ਲੈ ਕੇ ਖੇਡਦੇ ਹੁੰਦੇ। ਜੀ ਬਿਲਕੁਲ। ਜੇ ਕੋਈ ਕਿਸੇ ਲੇਖਕਾਂ ਦੇ ਮਹੱਲੇ 'ਚ ਰਹਿੰਦਾ ਜਾਂ ਕਿਸੇ ਦਾ ਪੜ੍ਹਾਉਣ ਵਾਲਾ ਅਧਿਆਪਕ ਲੇਖਕ ਆ, ਉਹਦੇ ਹੱਥ ਕਿਤਾਬ ਦੇ ਦਿੰਦਾ, ਤਾਂ ਉਹਨੂੰ ਪੁਸਤਕਾਂ ਪੜ੍ਹਨ ਦੀ ਜਾਂ ਸਿੱਖਣ ਦੀ ਜਿਹੜੀ ਜਾਂਚ ਆ ਜਾਂਦੀ ਹੈ। ਇਵੇਂ ਜਿਹੜਾ ਸਿੱਖਣਾ, ਮੰਨ ਲਓ ਸਿੱਖਣਾ ਵੀ ਇੱਕ ਕਲਾ ਦਾ ਰੂਪ ਆ। ਜੇਕਰ ਅਸੀਂ ਇਸ ਰਾਹ ਤੁਰ ਪਈਏ ਸਿੱਖਣ ਦੇ, ਕਿਉਂਕਿ ਪਹਿਲਾਂ ਅਸੀਂ ਸਿੱਖਾਂਗੇ, ਫਿਰ ਜਾਣਾਂਗੇ, ਉਸ ਤੋਂ ਬਾਅਦ ਕੋਈ ਫੈਸਲਾ ਹੋਊਗਾ ਕਿ ਅਸੀਂ ਕਿਹੜੇ ਰਾਹ ਜਾਣਾ। ਤੇ ਅਸੀਂ ਪਛਾਣ ਕਿਵੇਂ ਸਕਦੇ ਹਾਂ? ਜਦੋਂ ਅਸੀਂ ਇਸ ਹੱਦ ਤੱਕ ਚੇਤਨ ਹੋ ਗਏ, ਸਾਨੂੰ ਪਤਾ ਲੱਗ ਗਿਆ ਕਿ ਸਾਡੇ ਅੰਦਰ ਜਿਹੜੀ ਕੋਈ ਲੋ ਜਗਦੀ ਆ, ਦੀਵਾ ਜਗਦਾ, ਇਹਦਾ ਕੀ ਮੰਤਵ ਆ। ਕਿਉਂਕਿ ਜਿਹੜਾ ਬੰਦਾ ਇੱਕ ਰੂਪ ਵਿੱਚ ਹੀ ਪਰਪੱਕ ਹੋ ਸਕਦਾ, ਜੇ ਉਹ ਕਵੇ ਮੈਂ ਗਾਇਕ ਵੀ ਬਣ ਜਾਊਂਗਾ, ਖਿਡਾਰੀ ਵੀ ਬਣ ਜਾਊਂਗਾ, ਲੇਖਕ ਵੀ ਬਣ ਜਾਊਂਗਾ, ਤਾਂ ਨਹੀਂ ਬਣ ਸਕਦਾ। ਤਾਂ ਉਹ ਜਦੋਂ ਉਹ ਸੁਸਾਇਟੀ ਵਿੱਚ, ਉਹ ਸਮਾਜ ਵਿੱਚ, ਉਸ ਸੰਸਥਾ ਵਿੱਚ ਵਿਚਰੂਗਾ, ਤਾਂ ਉਹਨੂੰ ਇਸ ਗੱਲ ਦਾ ਅਹਿਸਾਸ ਹੋ ਜਾਊਗਾ ਕਿ ਮੇਰੇ ਅੰਦਰ ਜਿਹੜੀ ਹੈ ਕਿਸ ਗੱਲ ਦੀ ਕਲਾ, ਤੇ ਉਹਨੂੰ ਉਜਾਗਰ ਕਰਨ ਵਿੱਚ ਸਮਾਜ, ਉਹਦੀ ਸੁਸਾਇਟੀ ਤੇ ਸੰਗੀ ਸਾਥੀ ਵੀ ਉਹਦੀ ਮਦਦ ਕਰ ਸਕਦੇ ਜੀ। ਔਰ ਜੇ ਮੈਂ ਗੱਲ ਕਰਾਂ ਆਪਣੀਆਂ ਕਲਾਵਾਂ ਦੀ, ਸਾਡੇ ਸਮਾਜ ਦੀਆਂ ਕਲਾਵਾਂ ਦੀ, ਤਾਂ ਆਪਣੀਆਂ ਕਲਾਵਾਂ ਨੂੰ ਨਿਖਾਰਨ ਦੇ ਵਾਸਤੇ ਅਸੀਂ ਕੀ ਕਰ ਸਕਦੇ ਹਾਂ? ਭਾਵ ਕਿ ਆਪਣੇ ਅੰਦਰ ਦੀ ਜਿਹੜੀ ਚੇਟਕ ਆ ਕਿਸੇ ਚੀਜ਼ ਨੂੰ ਸਮਾਜ ਤੱਕ ਦੇਣ ਦੀ, ਉਹਨੂੰ ਅਸੀਂ ਕਿਵੇਂ ਨਿਖਾਰ ਕੇ ਉਭਾਰ ਕੇ ਸਾਹਮਣੇ ਲਿਆ ਸਕਦੇ ਹਾਂ? ਜੇਕਰ ਦੇਖੋ ਜੀ, ਅਸੀਂ ਖਿਡਾਰੀ ਹਾਂ, ਮੰਨ ਲਓ ਖੇਡਦੇ ਹਾਂ, ਤਾਂ ਫਿਰ ਸਾਨੂੰ ਉਸ 'ਚ ਮਿਹਨਤ ਕਰਨੀ ਚਾਹੀਦੀ। ਸਭ ਤੋਂ ਪਹਿਲੇ ਸਬਕ ਤਾਂ ਇਹ ਵੀ ਮਿਹਨਤ ਕਰਨੀ ਚਾਹੀਦੀ, ਜਿਹੜਾ ਵੀ ਕੰਮ ਕਰਨਾ ਚਾਹੁੰਦੇ ਹਾਂ। ਜੇਕਰ ਤੁਸੀਂ ਕਵੀ ਆ, ਜੇਕਰ ਤੁਸੀਂ ਗਾਇਕ ਕਲਾਕਾਰ ਆ, ਤਾਂ ਉਹਦੀ ਮਿਹਨਤ ਕਰੋ। ਨੰਬਰ 2 ਤੇ ਕਿ ਤੁਸੀਂ ਉਹਦੇ ਵਿੱਚ ਸੰਪੂਰਨ ਗਿਆਨ ਹਾਸਲ ਕਰੋ ਕਿ ਇਸ ਗੱਲ 'ਚ ਅਸੀਂ ਇਹਨੂੰ ਪ੍ਰਾਪਤ ਕਿਵੇਂ ਕਰ ਸਕਦੇ ਹਾਂ, ਮੰਜ਼ਿਲ ਨੂੰ, ਆਪਣੀ ਕਲਾ ਨਾਲ। ਤੇ ਤੀਸਰੀ ਗੱਲ ਇਹ ਆ ਕਿ ਸਾਨੂੰ ਆਪਣੇ ਪਰਿਵਾਰ ਦਾ ਜਾਂ ਉਸ ਮਾਹੌਲ ਦਾ ਸਾਥ ਵੀ ਮਿਲਣਾ ਜ਼ਰੂਰੀ ਹੈ। ਕਿ ਜੇਕਰ ਸਾਡਾ ਬੱਚਾ ਲੇਖਕ ਆ ਜਾਂ ਉਹ ਪਾਠਕ ਵਧੀਆ ਪੜ੍ਹ ਰਿਹਾ, ਤਾਂ ਜੇਕਰ ਘਰ ਦੇ ਰੌਲਾ ਰੱਪਾ ਹੋਊਗਾ, ਮਾਹੌਲ ਚੰਗਾ ਨਹੀਂ ਹੋਊਗਾ, ਤਾਂ ਉਹ ਪੜ੍ਹ ਹੀ ਨਹੀਂ ਸਕਦਾ, ਸਮਝ ਨਹੀਂ ਸਕਦਾ। ਜੇਕਰ ਕੋਈ ਕਲਾਕਾਰ ਰਿਹਰਸਲ ਕਰ ਰਿਹਾ, ਤਾਂ ਉਹਦਾ ਪਰਿਵਾਰ ਕਵੇ ਵੀ ਤੂੰ ਸਾਨੂੰ ਪਰੇਸ਼ਾਨ ਕਰਦਾ, ਤਾਂ ਉਹ ਕਲਾਕਾਰ ਨਹੀਂ ਬਣ ਸਕਦਾ। ਇਸ ਲਈ ਕਿਸੇ ਬੰਦੇ ਦੀ ਕਲਾਕਾਰ ਦੇ ਵਿੱਚ ਜਿਹੜੀ ਪ੍ਰਵੀਨਤਾ ਹਾਸਲ ਕਰਨ ਵਾਸਤੇ ਉਹਦੇ ਪਰਿਵਾਰ ਦਾ, ਸਮਾਜ ਦਾ, ਆਂਢ ਗੁਆਂਢ ਦਾ, ਰਿਸ਼ਤਿਆਂ ਦਾ, ਕਿਉਂਕਿ ਜਦੋਂ ਕਲਾਕਾਰ ਬਣੂਗਾ ਉਹਨੂੰ ਉਹਦਾ ਹੀ ਮਨ ਚਾਹੁੰਦਾ ਕਿ ਬੰਦੇ ਮੇਰੀ ਪ੍ਰਸ਼ੰਸਾ ਵੀ ਕਰਨ, ਮੇਰੀ ਵਡਿਆਈ ਵੀ ਕਰਨ, ਮੇਰੀ ਕਲਾ ਦੀ ਤਾਰੀਫ ਵੀ ਕਰਨ। ਜੇਕਰ ਤੁਹਾਡੀ ਕੋਈ ਤਾਰੀਫ ਨਹੀਂ ਕਰੂਗਾ, ਪ੍ਰਸ਼ੰਸਾ ਨਹੀਂ ਕਰੂਗਾ, ਜ਼ਿਕਰ ਨਹੀਂ ਕਰੂਗਾ, ਤਾਂ ਤੁਸੀਂ ਫਿਰ ਕਲਾਕਾਰ ਦੇ ਅੱਗੇ ਵਧਣ ਦੇ ਰਾਹ ਨਹੀਂ ਤੁਰ ਸਕਦੇ। ਬਿਲਕੁਲ ਬੰਦ ਕਰ ਦਿੰਦੇ ਹੋ ਬਲਕਿ, ਹੈ ਨਾ। ਹਾਂ ਬਿਲਕੁਲ ਜੀ। ਸੋ ਅੱਜ ਦਾ ਸਾਡਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ, ਔਰ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਸਾਡੇ ਦਰਸ਼ਕਾਂ ਦੇ ਨਾਲ ਇੰਨੀ ਸਾਂਝ ਪਾਈ ਔਰ ਇੰਨੀਆਂ ਵਧੀਆ ਗੱਲਾਂ ਸਾਡੇ ਦਰਸ਼ਕਾਂ ਤੱਕ ਪਹੁੰਚਾਈਆਂ ਨੇ। ਬਹੁਤ ਬਹੁਤ ਸ਼ੁਕਰੀਆ ਸਟੂਡੀਓ ਦੇ ਵਿੱਚ ਆਉਣ ਲਈ। ਧੰਨਵਾਦ ਜੀ, ਤੁਹਾਡਾ ਵੀ ਧੰਨਵਾਦ ਜੀ। ਇਤਿਹਾਸ ਵੀ ਹੈ, ਬਾਰਿਸ਼ਾਂ ਤੇ ਸੂਫੀਆਂ ਸਿਰਜਿਆ ਏ, ਇੱਕ ਫਲਸਫਾ ਸੋਚ ਅਹਿਸਾਸ ਵੀ ਹੈ। ਝਖੜਾ ਤੂਫਾਨਾਂ ਚੋਂ ਲੰਘਿਆ ਏ, ਇਹਦਾ ਮੁਖੜਾ ਕੁਝ ਉਦਾਸ ਵੀ ਹੈ। ਇੱਕ ਦਿਨ ਸ਼ਾਨ ਇਸ ਦੀ
ਅੱਜ ਆਏ, ਤਾਰੀਖ ਨੇ ਸਾਜਨ ਅੱਜ ਆਏ, ਤੈਨੂੰ